ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਵੇਂ ਆਪ ਸਾਰਿਆਂ ਨੂੰ ਪਤਾ ਹੈ ਕਿ ਇਹ ਸੋਮਵਾਰ ਦਾ ਸੈਸ਼ਨ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਆਪ ਜੀ ਵੱਲੋਂ ਜੋ ਸਵਾਲ ਹਫ਼ਤੇ ਵਿੱਚ ਭੇਜੇ ਜਾਂਦੇ ਹਨ ਉਹਨਾਂ ਦੇ ਵਿਚਾਰ ਕਰਕੇ ਸੋਮਵਾਰ ਨੂੰ ਉਹਨਾਂ ਸਵਾਲਾਂ ਦੇ ਉੱਤਰ ਜਿਹੜੇ ਪੈਨਲ ਵਾਲੇ ਮੈਂਬਰਾਂ ਵੱਲੋਂ ਦਿੱਤੇ ਜਾਂਦੇ ਹਨ ਤੇ ਪੈਨਲ ਮੈਂਬਰਸ ਸ਼ਨੀਚਰਵਾਰ ਨੂੰ ਕਲਾਸ ਦੀ ਸਮਾਪਤੀ ਤੋਂ ਬਾਅਦ ਬੈਠ ਕੇ ਸਾਰੇ ਸਵਾਲਾਂ ਤੇ ਵਿਚਾਰ ਕਰਦੇ ਹਨ ਤੇ ਜਿਵੇਂ ਵੀ ਸਹਿਮਤੀ ਬਣਦੀ ਹੈ ਉਸ ਮੁਤਾਬਕ ਜਵਾਬ ਜਿਹੜੇ ਹਨ ਉਹ ਸੰਗਤਾਂ ਨਾਲ ਸਾਂਝੇ ਕਰ ਲਏ ਜਾਂਦੇ ਹਨ। ਇਹ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਦੇ ਕੋਲ ਹੈ। ਵੀਰ ਰਾਜਾ ਸਿੰਘ ਜੀ ਇਹ ਸਾਰੇ ਸਵਾਲ ਜਿੰਨੇ ਉਹਨਾਂ ਦੇ ਪਾਸ ਆਉਂਦੇ ਹਨ ਉਹਨਾਂ ਨੂੰ ਸਮਝ ਕੇ ਵੰਡ ਕਰਕੇ ਹਰ ਮੈਂਬਰ ਦੀ ਪੈਨਲ ਮੈਂਬਰ ਦੀ ਡਿਊਟੀ ਲਾ ਕੇ ਸੇਵਾ ਲਾ ਕੇ ਇਸ ਸੈਸ਼ਨ ਨੂੰ ਚਲਾਉਂਦੇ ਹਨ। ਅੱਜ ਦਾ ਸੈਸ਼ਨ ਵੀ ਕਿਉਂਕਿ ਸਾਰਾ ਸਵਾਲ ਜਵਾਬ ਦਾ ਪ੍ਰਬੰਧ ਉਹਨਾਂ ਕੋਲ ਹੈ ਤਾਂ ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਵਾਲ ਜਵਾਬ ਸੈਸ਼ਨ ਨੂੰ ਅੱਜ ਆਰੰਭ ਕੀਤਾ ਜਾਵੇ। ਅੱਜ ਦੀ ਕਲਾਸ ਵੀਰ ਰਾਜਾ ਸਿੰਘ ਜੀ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਜੁੜ ਬੈਠੀ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋਂ ਅੱਜ ਦਾ ਜੋ ਸਵਾਲ ਜਵਾਬ ਦਾ ਸੈਸ਼ਨ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਪੈਨਲ ਮੈਂਬਰ ਸਾਹਿਬਾਨ ਨੂੰ ਕਿ ਉਹ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ ਜੀ। ਸਰਦਾਰ MP ਸਿੰਘ ਜੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਪਲੀਜ਼ ਅਨਮਿਊਟ ਕਰਕੇ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਾਜੀ ਉਸਤਾਦ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ। ਗਈ ਆਵਾਜ਼। ਤਜਿੰਦਰ ਸਿੰਘ ਜੀ ਮੇਰੇ ਖਿਆਲ ਤਾਂ ਹੈ ਨਹੀਂ, ਜੁਆਇਨ ਹੀ ਨਹੀਂ ਹੋਏ ਲੱਗਦੇ। ਵੀਰਾ ਹੈਗਾ। ਅੱਛਾ ਤੇ ਗਿਆਨੀ ਅਮਰਿਤਪਾਲ ਸਿੰਘ ਜੀ ਟਰਾਈ ਕਰਦਾ ਫੋਨ ਕਰਨ ਦੀ। ਗਿਆਨੀ ਅਮਰਿਤਪਾਲ ਸਿੰਘ ਜੀ ਉਹ ਵੀ ਨਹੀਂ ਹੈਗੇ, ਜੁਆਇਨ ਨਹੀਂ ਕੀਤਾ। ਮਨਮੋਹਨ ਸਿੰਘ ਜੀ ਪੁੰਛ ਤੋਂ। ਜਦ ਜੁਆਇਨ ਕਰਾ ਦੇ, ਜੁਆਇਨ ਨਹੀਂ ਕੀਤਾ ਹਾਂ। ਅੱਛਾ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। तो ਗਿਆਨੀ ਜੀ ਵੀ ਥੋੜੀ ਦੇਰ ਤੱਕ ਜੁਆਇਨ ਕਰ ਲੈਣਗੇ। ਸੋ ਵੀਰ ਹਰਜੀਤ ਸਿੰਘ ਜੀ ਨੇ ਤੁਹਾਨੂੰ ਪਹਿਲਾਂ ਫਤਿਹ ਸਾਂਝੀ ਕੀਤੀ ਹੈ ਜੀ। ਤੋਂ ਆਪਾਂ ਸਿੱਧਾ ਆਪਣੇ ਪ੍ਰੋਗਰਾਮ ਵੱਲ ਚੱਲੀਏ ਕਿਉਂਕਿ ਵੀਰ ਜੀ ਇੱਕ ਬੇਨਤੀ ਹੈ, ਮੈਂ ਰਿਕਾਰਡਿੰਗ ਭੇਜ ਦਿੱਤੀ ਹੋਈ ਹੈ। ਅਗਰ ਇਨ ਕੇਸ ਨੈਟ ਨਹੀਂ ਚੱਲਿਆ ਤਾਂ ਤੁਸੀਂ ਰਿਕਾਰਡਿੰਗ ਚਲਾ ਲਈਏ। ਮੈਂ ਦੇਖ ਲਈਏ ਜੀ। ਸ਼ੁਕਰੀਆ ਸ਼ੁਕਰੀਆ ਜੀ। ਤੋਂ ਆਓ ਸਤਸੰਗੀਓ, ਆਪਾਂ ਅੱਜ ਦੇ ਜਿਹੜੇ ਸਾਡੇ ਕੋਲ ਸਵਾਲ ਪਹੁੰਚੇ ਨੇ ਔਰ ਜਿਨ੍ਹਾਂ ਬਾਰੇ ਸ਼ਨੀਚਰਵਾਰ ਦੇ ਪੈਨਲ ਵਿੱਚ ਡਿਸਕਸ਼ਨ ਕਰਕੇ ਆਪ ਜੀ ਦੇ ਸਾਹਮਣੇ ਆਪਾਂ ਰੱਖਾਂਗੇ। ਤੋਂ ਅੱਜ ਦੇ ਜਿਹੜੇ ਸਵਾਲ ਆਏ ਨੇ ਉਹਨਾਂ ਵਿੱਚ ਸਾਨੂੰ ਗੁਰ ਇਤਿਹਾਸ, ਗੁਰਬਾਣੀ ਉਚਾਰਨ, ਪ੍ਰਚਲਿਤ ਰਹੁ ਰੀਤੀਆਂ, ਸ਼ਬਦਾਰਥ ਆਦਿ ਦੇ ਇਹੋ ਜਿਹੇ ਸਵਾਲ ਜਿਹੜੇ ਨੇ ਵੱਖ-ਵੱਖ ਵਿਸ਼ਿਆਂ ਤੇ ਸਾਡੇ ਕੋਲ ਸਵਾਲ ਪਹੁੰਚੇ ਨੇ। ਸੋ ਇੱਕ ਇੱਕ ਸਵਾਲ ਕਰਕੇ ਆਪਾਂ ਤੁਹਾਡੇ ਸਾਹਮਣੇ ਸ਼ੁਰੂ ਕਰ ਰਹੇ ਹਾਂ ਜੀ।
ਤੋ ਸਾਧ ਸੰਗਤ ਜੀ ਹੁੰਦਾ ਇਸ ਤਰ੍ਹਾਂ ਵੀ ਕਈ ਵਾਰੀ ਗੁਰਬਾਣੀ ਵਿੱਚ ਸਮਾਰਥਕ ਸ਼ਬਦ ਜਿਹੜੇ ਨੇ ਤੇ ਬੁਆਰਥਕ ਸ਼ਬਦ ਜਿਹੜੇ ਨੇ ਸਾਨੂੰ ਮਿਲਦੇ ਨੇ, ਔਰ ਕਾਫੀ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਦਾ ਸਪੈਲਿੰਗ ਸ਼ਬਦ ਜੋੜ ਤਾਂ ਉਹੀ ਹੁੰਦਾ ਹੈ, ਪਰ ਉਹਨਾਂ ਦੇ ਅਰਥ ਜਿਹੜੇ ਨੇ ਉਹ ਬਹੁਤ ਸਾਰੇ ਸ਼ਬਦਾਂ ਵਿੱਚ ਹੋ ਸਕਦਾ ਵੱਖੋ ਵੱਖਰੇ ਹੋਣ। ਤੋ ਇਹਦੇ ਵਿੱਚ ਕਈ ਵਾਰੀ ਕੋਈ ਭੁਲੇਖਾ ਵੀ ਲੱਗ ਜਾਂਦਾ ਹੈ, ਪਰ ਇਹਦੇ 'ਚ ਅਸਲ ਪਰਪਸ ਤੇ ਇਹੀ ਹੈ ਕਿ ਸਾਨੂੰ ਆਪਣੀ ਮਹਾਰਾਜ ਵੱਲੋਂ ਜੋ ਬਖਸ਼ੀ ਵਿਵੇਕ ਬੁੱਧੀ ਹੈ ਉਹਦੀ ਵਰਤੋਂ ਕਰਕੇ ਅਸੀਂ ਸੋਚੀਏ ਕਿ ਇੱਥੇ ਇਹਦਾ ਕੀ ਉੱਤਰ ਬਣਨਾ ਹੈ, ਬਿਆਨ ਕੀ ਇਹਦੇ 'ਚ ਸਾਨੂੰ ਸੰਦੇਸ਼ਾ ਦਿੱਤਾ ਗਿਆ, ਉਹਦੇ ਮੁਤਾਬਕ ਫਿਰ ਉਹਦਾ ਉਚਾਰਨ ਜਿਹੜਾ ਹੋ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੇਮ ਅੱਖਰ ਜੋੜ ਦੇ ਨਾਲ ਜਿਹੜਾ ਉਚਾਰਨ ਸੇਮ ਹੋਏਗਾ, ਪਰ ਉਹਦੇ ਅਰਥ ਜਿਹੜੇ ਨੇ ਹੋਰ ਹੋ ਸਕਦੇ ਨੇ। ਤੋ ਇਹੋ ਜਿਹਾ ਇੱਕ ਸਵਾਲ ਸਾਨੂੰ ਡਾਕਟਰ ਸੁੰਦਰ ਸਿੰਘ ਜੀ ਤੋਂ ਪਹੁੰਚਿਆ। ਉਹਨਾਂ ਨੇ ਕਿਹਾ ਵੀ ਰਾਮਦਾਸ ਸਰੋਵਰ ਨਹਾਤੇ ਤੇ ਦੂਜਾ ਜਿਹੜਾ ਭੱਟਾਂ ਦੇ ਸਵਈਆਂ 'ਚ ਆਉਂਦਾ ਕਿ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ। ਭਾਈ ਉੱਥੇ ਰਾਮਦਾਸ ਦੇ ਅਰਥ ਜਿਹੜੇ ਨੇ ਉਹ ਸੰਗਤ ਹੈ, ਔਰ ਦੂਸਰੇ ਜੋ ਭੱਟਾਂ ਦੇ ਸਵਈਏ ਨੇ ਉਹਦੇ 'ਚ ਗੁਰੂ ਰਾਮਦਾਸ ਜਿਹੜਾ ਰਾਮਦਾਸ ਅਰਥ ਹੈ ਉਹ ਗੁਰੂ ਸਾਹਿਬਾਨ ਦੇ ਨਾਮ ਲਈ ਵਰਤਿਆ। ਇਸੇ ਤਰ੍ਹਾਂ ਰਾਮਦਾਸ ਸਰੋਵਰ ਨੀਕਾ ਗੁਰ, ਔਰ ਦੂਸਰਾ ਜਿਹੜਾ ਸ਼ਬਦ ਹੈ ਉਹ ਹੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦਵਾ ਤਾਣਿਓ। ਉਸੇ ਤਰ੍ਹਾਂ ਜਿਵੇਂ ਦੂਜੇ ਪਹਿਲਾਂ ਮੈਂ ਬੋਲਿਆ, ਇਹਨਾਂ ਦੋਨਾਂ ਸ਼ਬਦਾਂ ਵਿੱਚ ਪਹਿਲੇ ਜਿਹੜੀ ਤੁਕ ਆਈ ਹੈ ਉਹਦੇ ਵਿੱਚ ਅਰਥ ਬਣਦੇ ਨੇ ਕਿ ਗੁਰੂ ਕੀ ਸੰਗਤ, ਜਿਹਨੂੰ ਰਾਮ ਦੇ ਦਾਸਾਂ ਦਾ ਸਰੋਵਰ ਆਖਿਆ। ਪਰੰਤੂ ਜਿਹੜੇ ਦੂਸਰੀ ਸਵਈਆਂ ਦੇ ਵਿੱਚ ਆਈ ਉਹਦੇ 'ਚ ਗੁਰੂ ਰਾਮਦਾਸ ਜੀ ਬਾਰੇ ਉਹਨਾਂ ਦੇ ਨਾਮ ਬਾਰੇ ਲੈ ਕੇ ਆਖਿਆ ਗਿਆ। ਤੋ ਇਹ ਇਸ ਤਰ੍ਹਾਂ ਕਿਵੇਂ ਹੈ, ਇਹਦੇ ਬਾਰੇ ਮੈਂ ਬੇਨਤੀ ਕਰਾਂਗਾ MP ਸਿੰਘ ਜੀ ਨੂੰ ਉਹ ਕਿਰਪਾ ਕਰਕੇ ਇਹਦਾ ਉੱਤਰ ਦੇਣ ਬਈ ਸੇਮ ਸਪੈਲਿੰਗ ਦੇ ਨਾਲ ਕਿਉਂ ਆਪਣੇ ਅਰਥ ਜਿਹੜੇ ਨੇ ਹੋਰ ਬਣਦੇ ਨੇ। ਹਾਂਜੀ MP ਸਿੰਘ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਸ ਤਰ੍ਹਾਂ ਮੈਨੂੰ ਤੁਸੀਂ ਮੈਸੇਜ ਵਿੱਚ ਭੇਜਿਆ, ਇਹਨਾਂ ਨੇ 6 ਅਲੱਗ-ਅਲੱਗ ਪੰਕਤੀਆਂ ਲਿਖੀਆਂ ਨੇ ਜਿਨ੍ਹਾਂ ਦੇ ਅੰਦਰ ਲਫ਼ਜ਼ ਰਾਮਦਾਸ ਆਇਆ ਹੈ। ਤੇ ਮੈਂ ਕੋਸ਼ਿਸ਼ ਕਰ ਰਿਹਾ, 1 ਮਿੰਟ ਜਰਾ ਜੇ ਹੋ ਜਾਏ ਤਾਂ ਮੈਂ ਪੰਕਤੀਆਂ ਡਿਸਪਲੇ ਕਰਾ ਦਿਆਂ ਸਾਹਮਣੇ। 1 ਸੈਕਿੰਡ ਲੱਗੇ ਜੀ। ਚਲੋ ਉਹਨੂੰ ਥੋੜਾ ਟਾਈਮ ਲੱਗ ਜਾਣਾ। ਇਸ ਤਰ੍ਹਾਂ ਜਿਹੜੀ ਪਹਿਲੀ ਪੰਕਤੀ ਹੈ ਔਰ 5ਵੀਂ ਔਰ 6ਵੀਂ ਪੰਕਤੀ ਹੈ, ਇਹਨਾਂ ਤਿੰਨਾਂ ਦੇ ਵਿੱਚ ਹੀ ਰਾਮਦਾਸ ਸਰੋਵਰ ਪਹਿਲੀ ਔਰ 5ਵੀਂ ਇਹਨਾਂ ਦੋਨਾਂ ਦੇ ਵਿੱਚ ਰਾਮਦਾਸ ਸਰੋਵਰ ਦਾ ਜ਼ਿਕਰ ਹੈ। ਠੀਕ ਹੈ ਜੀ। ਦੂਸਰੀ, ਤੀਸਰੀ, ਚੌਥੀ ਤੇ 6ਵੀਂ ਇਹਨਾਂ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਪਰਥਾਏ ਇਤਿਹਾਸਕ ਜੋ ਜ਼ਿਕਰ ਹੈ ਉਹ ਹੋਇਆ ਹੈ। ਹਾਂਜੀ स्क्रीन शेयर हुई तो नहीं अजय मेरे ख्याल? अजय नहीं हुई? नहीं हुई, एक मिनट। चलो उस तरह ही दस दियो क्योंकि चलो हाँ ठीक है, अपनी तो देर लग जाती। चलो तो मेरा कहना तो जो मकसद है वो ये है कि जड़ी पंक्ति नंबर पहली और पंजवीं है, इन्हां दोनों दे विच गल होई है रामदास सरोवर दी, ਜਿਹੜੇ ਅਸੀਂ ਅਰਥ ਕਰ ਰਹੇ ਹਾਂ ਰਾਮ ਦੇ ਦਾਸਾਂ ਦਾ ਸਰੋਵਰ, ਯਾਨੀ ਕਿ ਭਗਤਾਂ ਦਾ, ਗੁਰੂ ਦੇ ਪਿਆਰਿਆਂ ਦਾ, ਪਰਮਾਤਮਾ ਦੇ ਭਗਤਾਂ ਦਾ ਸਰੋਵਰ ਜੀ, ਯਾਨੀ ਕਿ ਸਾਧ ਸੰਗਤ। ਬਾਕੀ ਦੇ ਸ਼ਬਦ ਜਿਹੜੇ ਚਾਰੋਂ ਨੇ, ਜਿੰਨੀਆਂ ਚਾਰੋਂ ਪੰਕਤੀਆਂ ਨੇ, ਉਹ ਸਾਰੀਆਂ ਭੱਟਾਂ ਦੇ ਸਵਈਆਂ ਦੇ ਵਿੱਚੋਂ ਆਈਆਂ ਨੇ, ਜਿੱਥੇ ਉਹਨਾਂ ਸਾਰੇ ਸਵਈਆਂ ਦਾ ਜੋ ਵਿਸ਼ਾ ਹੈ ਉਹ ਸਤਿਗੁਰ ਮਹਿਮਾ ਹੈ, ਜਿਹਦੇ ਅੰਦਰ
ਗੁਰੂ ਰਾਮਦਾਸ ਜੀ ਦੀ ਜਾਂ ਗੁਰੂ ਅਰਜਨ ਦੇਵ ਜੀ ਦੀ ਜੋਤ ਦੇ, ਜੋ ਉਹਨਾਂ ਦੇ ਅੰਦਰ ਜੋ ਗੁਰੂ ਨਾਨਕ ਦੀ ਜੋਤ ਹੈ, ਉਸ ਨੂੰ ਸਿੱਧ ਕਰਕੇ ਕਿ ਵੀ ਉਹ ਗੁਰੂ ਦੀ ਜੋਤ ਹਨ ਤੇ ਉਹਨਾਂ ਦੀ ਵਡਿਆਈ ਕੀਤੀ ਗਈ ਹੈ। ਤੇ ਜਿਹੜੀ ਹੁਣ ਦੂਜੀ ਪੰਕਤੀ ਹੈ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੱਲ ਹੋ ਰਹੀ ਹੈ ਕਿ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਘਰ ਦੇ ਰਾਰੇ ਨੂੰ ਸਿਆਰੀ ਹੈ, ਜਿਹਦੇ ਅਰਥ ਬਣ ਜਾਂਦੇ ਹਨ ਘਰ ਦੇ ਅੰਦਰ। ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਕੀਓ ਪ੍ਰਗਾਸਾ, ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ। ਫਿਰ ਗੁਰੂ ਰਾਮ, ਤੀਜੀ ਪੰਕਤੀ ਹੈ ਗੁਰੂ ਰਾਮਦਾਸ ਤਨ ਸਰਬ ਮੈਂ। ਤੋ ਤਨ ਜਿਹੜਾ ਤਨ ਦਾ ਅਰਥ ਹੁੰਦਾ ਬੇਟਾ, ਪੁੱਤਰ। तो गुरु रामदास दे बेटे ने सहज चंदोआ तानिया, सहज दा चंदोआ तानिया भी गुरु अर्जन देव जी की सिफत दे विच गल कीती गई है। चौथी पंक्ति है गुरु अर्जन कौमा घर गुरु रामदास कौमा भगत उतरिया, भगत उतर आयो। तो इत्थे भी गल हो रही है गुरु अर्जन देव जी के बारे में कि गुरु रामदास के घर गुरु अर्जन देव जी भगत रूप विच अवतार लिया, जन्म होया। ते छेवीं पंक्ति है रामदास गुरु जग तारन को गुरजोत अर्जुन माई करी। बड़ा क्लियर है कि गुरु रामदास जी ने जगत के उद्धार के वास्ते गुरु अर्जन के अंदर अपनी जोत टिका दी। तो ये चारों पंक्तियों के अंदर गुरु रामदास जी के गुरु व्यक्ति की गल की गई है, जो उन्होंने या उन्होंने वडियाई की गई है, या गुरु अर्जन देव जी वडियाई की गई है गुरु रामदास जी का नाम लैके। लेकिन जी पहली और पंजवीं पंक्ति ने वो दोनों के अंदर गुरु रामदास जी के बारे जिक्र नहीं है, वो रामदास की गल हो रही है, सत्संगत है। तो मेरी इसलिए कोई बेनती है कि कोई अलावा किसी होर ने, कोई सज्जन ने कोई गल ऐड करनी हो तो वो कर सकते हैं जी। वाहिगुरू जी का खालसा, वाहिगुरू जी की फतेह। क्षमा करना साध संगत जी, कुछ नैट की प्रॉब्लम होने के वीर जी की विच आवाज़ रुकती रही है। तो उन्होंने बड़ा क्लीयर दसिया कि सानू देखना चाहिए कि रैफरेंस टू दी कॉन्टैक्स्ट की है। सो रैफरेंस टू दी कॉन्टैक्स्ट के मुताबिक उन्होंने बड़ा एक्सप्लेन किया तुहानू स्पष्ट कि किस तरह चार तुकां जिहड़ियां ने उन्हां विच गुरु रामदास और गुरु अर्जन साहब जी के बारे गल है, पर जिहड़े रामदास सरोवर नीका वगैरह दो तुकां जिहड़ियां ने उन्हां विच राम दे दासां दी संगत। सो बेशक स्पैलिंग सेम होण, पर किस कॉन्टैक्स्ट विच वरतिया गया ये सानू ध्यान विच रखना बहुत जरूरी है गुरबाणी नूं सही समझण दे लई। तो धन्नवाद है वीर जी आप जी का। तो साध संगत मैं बेनती करदे हां कि कई बार ऐसा होंदा है कि साडे धार्मिक समागमां या गुरुद्वारियां च ना कई इहो जिहियां रीतियां प्रचलित हो जांदियां ने जिन्हां बारे सानू पता होना जरूरी है, क्योंकि कई बार कन्फ्यूजन पैदा होंदा है कि यह इत्थे इंज क्यों हो रहा है। तो इहो जिहा एक सवाल साडे कोल आया, सरदार अवतार सिंह जी ने भेजिया बीड़ साहब सर्कल तो। उन्होंने सवाल है कि गुरु घर विच देग प्रसाद वरताउण दी प्रथा कदों शुरू हुई, तो फिर देग की थां ते फुलियां पताशे ते मिश्री ये कदों तो शुरू होगी। तो मैं बेनती करांगा प्रिंसीपल सुरिंदर सिंह जी नूं भी वो कृपा करके ये बारे सानूं थोड़ा चानण पाउण जी। प्रिंसीपल सुरिंदर सिंह जी। वाहिगुरू जी का खालसा, वाहिगुरू जी की फतेह। मैनूं लगदा आवाज़ मेरी पहुंच रही है अज ठीक ठाक। अज सो देग संबंधी हुक्म होया है कि गुरु घर दे विच कदों प्रारंभ होई। ਇਹਦੇ ਲਈ ਤਾਂ ਇੱਕੋ ਹੀ ਬੇਨਤੀ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਪ੍ਰਭ ਪ੍ਰਸ਼ਾਦ ਦੀ ਦੇਗ ਦੀ ਪ੍ਰਾਰੰਭਤਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪੱਕੇ ਤੌਰ ਤੇ ਸਿੱਖ ਧਰਮ ਦੇ ਵਿੱਚ ਪ੍ਰਾਰੰਭ ਹੋ ਚੁੱਕੀ ਸੀ, ਕਿਉਂਕਿ ਜਾਤ ਅਭਿਮਾਨੀ ਲੋਕ, ਖਾਸ ਕਰਕੇ ਬ੍ਰਾਹਮਣ ਲੋਕ, ਸ਼ੂਦਰਾਂ ਦੇ ਹੱਥ ਦਾ ਬਣਿਆ ਹੋਇਆ ਲੰਗਰ ਜਾਂ ਪ੍ਰਸ਼ਾਦਾ ਜਾਂ ਭੋਜਨ ਛਕਣ ਤੋਂ ਹਮੇਸ਼ਾ ਗੁਰੇਜ਼ ਕਰਦੇ ਸਨ, ਕਿਉਂਕਿ ਆਪਣੇ ਆਪ ਨੂੰ ਵੱਡੀ ਜਾਤ ਤੇ ਉਹਨਾਂ ਨੂੰ ਛੋਟੀ ਜਾਤ ਮੰਨਦੇ ਸਨ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਤ ਪਾਤ ਦੇ ਖਾਤਮੇ ਲਈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੇ ਸਿਧਾਂਤ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਆਪਣੇ ਆਪਣੇ ਘਰ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਦੇ ਵਿੱਚ ਲਿਆਂਦੀ ਜਾਵੇ। ਅੱਗੇ ਸੰਗਤ ਦੇ ਵਿੱਚ ਵੱਡਾ ਬਰਤਨ ਜਾਂ ਵੱਡਾ ਕੜਾਹਾ ਰੱਖ ਕੇ ਉਹ ਇੱਕ ਜਗ੍ਹਾ ਇਕੱਠੀ ਕੀਤੀ ਜਾਂਦੀ ਸੀ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਉਹ ਦੇਗ ਜਿਹੜੀ ਹੈ ਗੁਰੂ ਘਰ ਵਿੱਚ ਪ੍ਰਵਾਨ ਕਰਵਾ ਕੇ ਫਿਰ ਸਾਰੀ ਸੰਗਤ ਨੂੰ ਜਿਹੜੀ ਹੈ ਉਹ ਦੇਗ ਵੰਡੀ ਜਾਂਦੀ ਸੀ। ਉਹਦੇ ਨਾਲ ਇੱਕ ਤਾਂ ਪੌਸ਼ਟਿਕ ਖੁਰਾਕ ਜਿਹੜੀ ਹੈ ਸਿੱਖ ਸੰਗਤਾਂ ਨੂੰ ਪ੍ਰਾਪਤ ਹੁੰਦੀ ਸੀ, ਦੂਜੇ ਜਿਹੜਾ ਖਾਣ ਪਾਣ ਦਾ ਵਹਿਮ ਹੈ ਕਿ ਛੋਟੀ ਜਾਤ ਦੇ ਹੱਥ ਦਾ ਨਹੀਂ ਖਾਣਾ,
ਉਹ ਵੀ ਦੂਰ ਹੋ ਜਾਂਦਾ ਸੀ। ਸੋ ਮੁੱਖ ਕਾਰਨ ਜਾਤ ਪਾਤ ਦੇ ਖਾਤਮੇ ਲਈ ਸੀ ਔਰ ਨਾਲ ਪੌਸ਼ਟਿਕ ਖੁਰਾਕ। ਇਹ ਕਦੋਂ ਚਾਲੂ ਹੋਈ? ਇਹ ਸਵਾਲ ਜਿਹੜਾ ਹੈ, ਅਨੇਕਾਂ ਪ੍ਰਮਾਣ ਸਾਨੂੰ ਸਾਡੇ ਇਤਿਹਾਸ ਦੇ ਵਿੱਚੋਂ, ਜਨਮ ਸਾਖੀਆਂ ਦੇ ਵਿੱਚੋਂ, ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚੋਂ ਮਿਲ ਜਾਂਦੇ ਨੇ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੀ ਸੰਪੂਰਨਤਾ ਕਰਕੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਅਵਤਾਰਾ, ਇਸ ਪੌੜੀ ਦੇ ਵਿੱਚ ਪੂਰੇ ਵਿਸਤਾਰ ਦੇ ਨਾਲ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਤੇ ਉਸ ਸਮੇਂ ਤੋਂ ਹੀ ਦੀਵਾਨ ਦੇ ਵਿੱਚ ਸਮਾਪਤੀ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣ ਦੀ ਮਰਜ਼ਾਦਾ ਚਾਲੂ ਹੋ ਚੁੱਕੀ ਸੀ। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 6ਵੀਂ ਦੀ ਪੌੜੀ ਨੰਬਰ 3 ਦੇ ਵਿੱਚ ਉਚਾਰਨ ਕਰਦੇ ਨੇ, ਸੰਜੈ ਸੋਧਰ ਗਾਵਣਾ, ਸੰਜੈ ਸ਼ਾਮ ਦੇ ਦੀਵਾਨ ਵਿੱਚ ਸੋਧਰ ਗਾਵਣਾ, ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤਨ ਸੋਹਿਲਾ, ਕਰ ਆਰਤੀ ਪ੍ਰਸ਼ਾਦ ਵਰਤੰਦੇ। ਇਸੇ ਤਰ੍ਹਾਂ ਵਾਰ 40ਵੀਂ ਤੇ ਪੌੜੀ ਨੰਬਰ 11 ਦੇ ਵਿੱਚ ਵੀ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਖ ਕਰ ਪਿੱਛੋਂ ਬਚਿਆ ਆਪ ਖਵੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿੱਥੇ ਕੜਾ ਪ੍ਰਸ਼ਾਦ ਜਾਂ ਪ੍ਰਸ਼ਾਦ ਸ਼ਬਦ ਦੀ ਵਰਤੋਂ ਕੀਤੀ ਹੈ, ਉੱਥੇ ਵਾਰ 20ਵੀਂ ਪੌੜੀ ਨੰਬਰ 10 ਦੇ ਵਿੱਚ ਵੀ ਮਹਾਂਪ੍ਰਸ਼ਾਦ ਸ਼ਬਦ ਜਿਹੜਾ ਹੈ ਉਹ ਕੜਾ ਪ੍ਰਸ਼ਾਦ ਦੇ ਲਈ ਵਰਤਿਆ। ਕੋਰੇ ਮਟ ਅਣਾਏ ਨੀਰ ਬਣਾਇਆ, ਆਣ ਮਹਾਂਪ੍ਰਸ਼ਾਦ ਵੰਡ ਖਿਲਾਇਆ। ਇਸ ਤਰ੍ਹਾਂ ਕਵਿਤ ਨੰਬਰ 300 ਏਕ ਮਿਸ਼ਟਾਨ ਪਾਨ ਲਾਵਤ ਮਹਾਂਪ੍ਰਸਾਦ ਸਿੱਖਣ ਬੁਲਾਵੇ। 24 ਤੇ ਕਵਿਤ ਨੰਬਰ 175 ਵਿੱਚ ਪੰਚਾਮ੍ਰਿਤ ਅਤੇ ਮਹਾਂਪ੍ਰਸ਼ਾਦ ਸ਼ਬਦਾਂ ਦੀ ਵਰਤੋਂ ਕੜਾ ਪ੍ਰਸ਼ਾਦ ਦੇ ਲਈ ਕੀਤੀ ਗਈ। ਤੇ ਕਰਤਾਰਪੁਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਦੇਗ ਬਣਾਉਣ ਦੀ ਵਿਧੀ ਗੁਰੂ ਨਾਨਕ ਦੇਵ ਜੀ ਨੇ ਭਾਈ ਤਾਰਾ ਜੀ ਓਪਟ, ਜਿਨ੍ਹਾਂ ਨੂੰ ਬਾਬਰ ਦੇ ਹਮਲੇ ਸਮੇਂ ਘਰਾਂ ਨੂੰ ਲਾਈ ਹੋਈ ਅੱਗ ਨੂੰ ਬੁਝਾਉਂਦੇ ਹੋਏ ਬਾਬਰ ਦੀ ਫੌਜ ਨੇ ਚੱਕ ਕੇ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਸੋ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ, ਪੁਰਾਤਨ ਲਿਖਤਾਂ ਦੇ ਵਿੱਚ ਗੁਰਮਤਿ ਪ੍ਰਕਾਸ਼ ਦੇ ਵਿੱਚ ਕਿ ਲੇਖ ਆਇਆ ਸੀ ਅੱਜ ਤੋਂ 20 ਸਾਲ ਪਹਿਲਾਂ, ਜੋ ਮੈਂ ਨੋਟ ਕੀਤਾ ਸੀ ਕਿ ਉਹਦੇ ਕੋਲ ਸਭ ਤੋਂ ਪਹਿਲਾਂ ਦੇਗ ਭਾਈ ਤਾਰਾ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾਈ। ਇਸ ਤਰ੍ਹਾਂ ਭਾਈ ਗੱਜਣ ਤੇ ਭਾਈ ਸ਼ੀਹਾਂ ਜੀ ਨੂੰ ਵੀ ਉਪਦੇਸ਼ ਕਰਦੇ ਹੋਏ ਹਰੇਕ ਕੰਮ ਦੀ ਆਰੰਭਤਾ ਵੇਲੇ ਕੜਾ ਪ੍ਰਸ਼ਾਦ ਦੀ ਦੇਗ ਤੇ ਅਰਦਾਸ ਕਰਨ ਦਾ ਹੁਕਮ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਬਗਦਾਦ ਦੇ ਵਿੱਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਪਹਿਲੀ ਤੇ ਪੌੜੀ 36ਵੀਂ ਦੇ ਵਿੱਚ ਜਦੋਂ ਇਹ ਵਿਚਾਰ ਕਰਦੇ ਨੇ ਕਿ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਨ ਦਸਤਗੀਰ ਅਸਾਂ ਵੀ ਦੇਖਾਂ ਜੋ ਤੋਏ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਾਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚ ਕੋਲ ਪ੍ਰਸ਼ਾਦਾ, ਤੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੇ ਛਪਾਈ। ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਬਗਦਾਦ ਦੀ ਧਰਤੀ ਤੇ ਵੀ ਜਦੋਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਾ ਨਿਰਣਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਰਕੇ ਦਿੱਤਾ, ਉਸ ਵੇਲੇ ਭਰ ਕਚ ਕੋਲ ਪ੍ਰਸ਼ਾਦ ਦਾ ਤੁਰੋਂ ਪਤਾਲੋਂ ਲਈ ਕੜਾਹੀ। ਤੁਰੋਂ ਪਤਾਲੋਂ ਲਈ ਕੜਾਹੀ ਦਾ ਮਤਲਬ ਕਿਤੇ ਪਤਾਲ ਤੋਂ ਸਤਵੇਂ ਆਕਾਸ਼ ਤੋਂ ਉਹ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਆਈ, ਬਲਕਿ ਧੁਰ ਦਰਗਾਹ ਤੋਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਦਰ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੀ ਮਰਜ਼ਾਦਾ ਤੇ ਸਿਧਾਂਤ ਜੋ ਧੁਰ ਦਰਗਾਹ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਏ ਸਨ, ਉਹ ਲਾਗੂ ਕਰਦੇ ਹੋਏ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਗਦਾਦ ਦੀ ਧਰਤੀ ਤੇ ਵੀ ਵਰਤਾਈ ਗਈ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਭਾਈ ਲਹਿਣਾ ਜੀ ਨੂੰ ਅੰਤਮ ਪ੍ਰੀਖਿਆ ਲੈਣੀ ਸੀ, ਉਹ ਬੜੀ ਸਖਤ ਸੀ। ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ ਗੁਰਗੱਦੀ ਦੀ ਚੋਣ ਵਾਸਤੇ ਕਿ ਜੇ ਤੁਸੀਂ ਨਹੀਂ ਮੁੜਨਾ ਤਾਂ ਮੁਰਦਾ ਖਾਓ। ਤੇ ਮੁਰਦਾ ਖਾਣ ਦੇ ਲਈ ਭਾਈ ਲਹਿਣਾ ਜੀ ਨੇ ਹੁਕਮ ਮੰਨਦੇ ਹੋਏ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿੱਧਰੋਂ ਖਾਵਾਂ, ਪੈਰਾਂ ਵੱਲੋਂ ਜਾਂ ਸਿਰਾਂ ਵੱਲੋਂ? ਸਿਰ ਵੱਲੋਂ। ਤੇ ਕਹਿੰਦੇ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ ਵਿਚਕਾਰੋਂ। ਦਰਅਸਲ ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਇਮਤਿਹਾਨ ਲੈਣਾ ਚਾਹੁੰਦਾ ਹੈ ਤਾਂ ਸਿੱਖ ਦ੍ਰਿੜਤਾ ਦੇ ਨਾਲ ਆਪਣਾ ਇਮਤਿਹਾਨ ਦੇਵੇ ਤੇ ਗੁਰੂ ਦੀ ਬਖਸ਼ਿਸ਼ ਨਾਲ ਉਹ ਇਮਤਿਹਾਨ ਚੋਂ ਪਾਸ ਹੋ ਜਾਂਦਾ। ਦਰਅਸਲ ਉੱਥੇ ਮੁਰਦਾ ਖਾਣ ਵਾਲੀ ਗੱਲ ਨਹੀਂ, ਉੱਥੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਰੱਖੀ ਹੋਈ ਸੀ।
ਇਹਨਾਂ ਸਾਖੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਚਾਲੂ ਹੋ ਗਈ ਸੀ। ਇੱਕ ਹੋਰ ਹਵਾਲਾ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ ਪੰਨਾ 470 ਉੱਤੇ ਦਿੱਤਾ ਹੈ ਕਿ ਜਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇਦਾਰ ਵਿੱਚੋਂ ਸਹੁਰਾ ਪਰਿਵਾਰ ਦੇ ਵਿੱਚ ਉਹਨਾਂ ਦੇ ਸਹੁਰਾ ਸਾਹਿਬ ਦੀ ਤੇ ਕੁਝ ਹੋਰ ਸੰਬੰਧੀਆਂ ਦੀ ਡੈਥ ਹੋਈ ਸੀ ਤੇ ਉਹਨਾਂ ਦੇ ਅੰਤਮ ਸੰਸਕਾਰ ਵੇਲੇ ਜੋ ਮਰਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਇਕੱਠੀ ਹੋਈ ਸਿੱਖ ਸੰਗਤ ਨੂੰ ਸਮਝਾਈ, ਉਹ 6ਵੇਂ ਪਾਤਸ਼ਾਹ ਦੇ ਉਹਦੇ ਵਿੱਚ ਲਿਖੀ ਹੈ ਪ੍ਰਮਾਣ ਦੇ ਕੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ 470 ਪੰਨੇ ਤੇ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਮਰਜ਼ਾਦਾ ਮੁਤਾਬਕ ਜਦੋਂ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਨਾ ਹੋਵੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਵਰਤਾਣੀ ਚਾਹੀਦੀ ਹੈ। ਉਹ ਸ਼ਬਦਾਵਲੀ ਹੈ ਪੁਰਾਤਨ ਗ੍ਰੰਥਾਂ ਦੀ, ਸੋਹਿਲਾ ਪੜ ਪ੍ਰਸ਼ਾਦ ਵਰਤਾਈ ਗੁਰੂ ਨਾਨਕ ਜੋ ਰੀਤ ਚਲਾਈ। ਤੇ 6ਵੇਂ ਪਾਤਸ਼ਾਹ ਵੀ ਇਸ ਗੱਲ ਦਾ ਹਵਾਲਾ ਦਿੰਦੇ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਚਾਲੂ ਹੋ ਗਈ ਸੀ। ਜਿੱਥੋਂ ਤੱਕ ਆਹ ਖਿੱਲਾਂ, ਮਖਾਣੇ, ਪਤਾਸੇ ਤੇ ਹੋਰ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਕਿਸਮ ਦੇ ਪ੍ਰਸ਼ਾਦ ਨੇ, ਇਹ ਸਾਰੇ ਦੇ ਸਾਰੇ ਹਿੰਦੂ ਮਰਜ਼ਾਦਾ ਦਾ ਹਿੱਸਾ ਨੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਵੱਖ-ਵੱਖ ਦੇਵੀ ਦੇਵਤਿਆਂ ਦੇ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਪ੍ਰਸ਼ਾਦ ਜਿਹੜੇ ਵਰਤਾਏ ਜਾਂਦੇ ਨੇ। ਤੇ ਉਹ ਜਦੋਂ ਸਾਡੀ ਕੌਮ, ਸਾਡੇ ਆਗੂ, ਸਾਡੇ ਸਿੱਖ ਭਰਾ ਆਪਣੀ ਹੋਂਦ ਬਚਾਉਣ ਲਈ ਕੌਮੀ ਜੱਦੋ-ਜਹਿਦ ਦੇ ਲਈ ਘਰ-ਬਾਰ ਤਿਆਗ ਕੇ ਪੰਜਾਬ ਤੋਂ ਬਾਹਰ ਜੰਗਲਾਂ ਚਲੇ ਗਏ, ਮਾਰੂ ਥਲਾਂ ਦੇ ਵਿੱਚ ਪਹੁੰਚ ਗਏ, ਉਸ ਵੇਲੇ ਸਾਡੇ ਵਿਰੋਧੀ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਪ੍ਰਵੇਸ਼ ਕਰ ਲਿਆ। ਨਿਰਮਲੇ, ਉਦਾਸੀ ਤੇ ਦੂਜੇ ਜਿਹੜੇ ਪੁਰਾਤਨ ਬਜ਼ੁਰਗ ਤਾਂ ਚੜ੍ਹਾਈ ਕਰ ਚੁੱਕੇ ਜਾਂ ਸ਼ਹੀਦ ਹੋ ਚੁੱਕੇ ਸਨ, ਪਰ ਜਿਹੜੇ ਨਵੇਂ ਬੈਠੇ ਆ ਕੇ ਗ੍ਰੰਥੀ ਰਾਗੀ, ਉਹ ਮਹੰਤਾਂ ਦੇ ਰੂਪ ਵਿੱਚ, ਉਹ ਸੰਤਾਂ ਦੇ ਰੂਪ ਵਿੱਚ, ਉਹਨਾਂ ਨੇ ਹਿੰਦੂ ਮਰਜ਼ਾਦਾ, ਕਿਉਂਕਿ ਬਨਾਰਸ ਤੋਂ ਜਾਂ ਹੋਰ ਗੱਲਾਂ ਤੋਂ ਪ੍ਰਭਾਵਿਤ ਸਨ ਤੇ ਕੋਈ ਦੂਜੇ ਧਰਮ ਵਿੱਚੋਂ ਭੇਸ ਬਦਲ ਕੇ ਆਏ ਸਨ, ਉਹਨਾਂ ਨੇ ਇਹ ਸਾਰੀ ਮਰਜ਼ਾਦਾ ਆਪਣੇ ਹਿੰਦੂ ਧਰਮ ਵਾਲੀ ਗੁਰਦੁਆਰਿਆਂ ਦੇ ਵਿੱਚ ਵੀ ਚਾਲੂ ਕਰ ਦਿੱਤੀ। ਇਹੀ ਕਾਰਨ ਹੈ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ, ਜੋ ਕਿ ਸ਼ਨੀ ਦੇਵਤੇ ਦੀ ਪੂਜਾ ਵਜੋਂ ਮੰਦਿਰਾਂ ਦੇ ਵਿੱਚ ਚੜ੍ਹਦਾ ਸੀ, ਉਹ ਸਾਡੇ ਵੀ ਅੱਜ ਕਈ ਗੁਰਦੁਆਰਿਆਂ ਦੇ ਵਿੱਚ ਹੌਲੀ ਹੌਲੀ ਸੰਗਤਾਂ ਸੁਚੇਤ ਹੋ ਰਹੀਆਂ ਨੇ। ਬਰਫੀ ਦਾ ਪ੍ਰਸ਼ਾਦ, ਹਨੂਮਾਨ ਦੇ ਲਈ ਮਿੱਠੇ ਦਾ ਲੱਡੂਆਂ ਦਾ ਪ੍ਰਸ਼ਾਦ, ਇਹ ਵੱਖ-ਵੱਖ ਦਿਨਾਂ ਤੇ ਚੜ੍ਹਾਏ ਜਾਂਦੇ ਹਨ। ਪਰ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਇੱਕੋ ਇੱਕ ਪ੍ਰਸ਼ਾਦ, ਉਹ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਹੈ। ਇਹ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੁੰਦਾ ਹੈ। ਬਾਕੀ ਜਿਹੜੀਆਂ ਹੋਰ ਫਲ ਫਰੂਟ ਜਾਂ ਹੋਰ ਚੀਜ਼ਾਂ, ਮਠਿਆਈਆਂ ਆਦਿ ਨੇ, ਉਹ ਲੰਗਰ ਦਾ ਹਿੱਸਾ ਤਾਂ ਹੋ ਸਕਦੀਆਂ ਨੇ, ਉਹ ਲੰਗਰ ਵਿੱਚ ਵਰਤਾਈਆਂ ਜਾ ਸਕਦੀਆਂ, ਪਰ ਕੜਾਹ ਪ੍ਰਸ਼ਾਦ ਦੀ ਦੇਗ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਇਸ ਲਈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਚੱਲੀ ਹੈ। ਤੇ ਇਹਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਸਾਡੇ ਕਿਸੇ ਵੀਰ ਕੋਲ ਹੋਵੇ, ਜਿੰਨੀ ਕੁ ਦਾਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੇ ਕਰਕੇ ਸੋਝੀ ਦਿੱਤੀ, ਆਪ ਜੀ ਦੀ ਸੇਵਾ 'ਚ ਰੱਖੀ ਹੈ, ਜੇ ਹੋਰ ਕੋਈ ਵਾਧਾ ਕਰਨਾ ਚਾਹੁੰਦਾ ਹੈ ਸਾਡੇ ਗਿਆਨ ਦੇ ਵਿੱਚ, ਤੇ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ। ਭੁੱਲ ਗਲਤੀ ਲੇਖੇਵਾਂ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਬੜੇ ਵਿਸਥਾਰ ਸਹਿਤ ਸਾਨੂੰ ਦੇਗ ਦੀ ਮਹੱਤਤਾ ਦੱਸੀ ਹੈ, ਜਿਹੜੀ ਕਿ ਸਿੱਖ ਕੌਮ ਦੀ ਵਿਲੱਖਣਤਾ ਹੈ। ਜਿਸ ਵਿਧੀ ਵਿਧਾਨ ਅਨੁਸਾਰ ਦੇਗ ਤਿਆਰ ਕੀਤੀ ਜਾਂਦੀ ਹੈ, ਸਾਡੀ ਸਿੱਖ ਰਹਿਤ ਮਰਿਆਦਾ 'ਚ ਉਹਦੇ ਬਾਰੇ ਪੂਰਾ ਜ਼ਿਕਰ ਹੈ। ਔਰ ਵੀਰ ਜੀ ਨੇ ਪੂਰੇ ਇਤਿਹਾਸਕ ਹਵਾਲਿਆਂ ਦੇ ਨਾਲ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਸ਼ੁਰੂ ਹੈ, ਔਰ ਸਿੱਖਾਂ ਦੇ ਹਰੇਕ ਮੌਕੇ ਤੇ ਦੇਗ ਵਰਤੀ ਜਾਂਦੀ ਹੈ, ਚਾਹੇ ਉਹ ਕਿਸੇ ਕਿਸਮ ਦਾ ਵੀ ਹੋਵੇ। ਜਿਵੇਂ ਇਤਿਹਾਸਕ ਹਵਾਲਿਆਂ ਨਾਲ ਦੱਸਿਆ ਕਿ ਕੁਝ ਜਿਹੜੇ ਚੜ੍ਹਾਈ ਕਰਨ ਦੇ ਸਮੇਂ ਵੀ ਇਹ, ਔਰ ਉਹ ਮਰਿਆਦਾ ਅੱਜ ਵੀ ਚੱਲ ਰਹੀ ਹੈ ਕਿ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਸੰਸਕਾਰ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਆ ਕੇ ਫਿਰ ਦੇਗ ਵਰਤਾਉਂਦੇ। ਸੋ ਇਹ ਸਾਡਾ ਇੱਕ ਯੂਨੀਕ ਪੱਖ ਹੈ ਸਿੱਖੀਜ਼ਮ ਦਾ। ਪਰ ਅਸੀਂ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ ਅਨੁਮਤੀਆਂ ਦੀਆਂ ਨਕਲਾਂ ਕਰਕੇ ਅਸੀਂ ਵੀ ਲਾਗੂ ਕਰਤਾ, ਔਰ ਹੁਣ ਵੀ ਬਹੁਤ ਸਾਰਿਆਂ ਡੇਰਿਆਂ ਦੇ ਵਿੱਚ ਜਿਹੜੇ ਪੁਲੀਆਂ ਪ੍ਰਸ਼ਾਦ ਜਾਂ ਉਹ ਮਠਿਆਈਆਂ ਆਦਿ ਜਿਹੜੇ ਉਹਦਾ ਪ੍ਰਸ਼ਾਦ ਕਰਕੇ ਦਿੱਤਾ ਜਾਂਦਾ। ਔਰ ਸਾਡੇ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਡੇਰਿਆਂ ਤੋਂ ਇਲਾਵਾ ਵੀ ਇਹ ਪ੍ਰਚਲਿਤ ਹੈ। ਔਰ ਜਿਵੇਂ ਕਈ ਗੁਰਦੁਆਰਿਆਂ 'ਚ ਖੀਰ ਦਾ ਰਿਵਾਜ ਹੈ। ਹੁਣ ਦੇਖੋ, ਜਿਸ ਵੇਲੇ ਖੀਰ ਦਾ ਤੁਸੀਂ ਪ੍ਰਸ਼ਾਦ ਦਿਓਗੇ ਜਾਂ ਤੇ ਨਾਲ ਤੁਸੀਂ ਉਹਨਾਂ ਨੂੰ ਦੂਨਾ ਤੇ ਚਮਚਾ ਵੀ ਦਿਓ, ਤੇ ਜੇ ਆਪਾਂ ਇਹ ਪਲਾਸਟਿਕ ਦੇ ਦਿੰਦੇ ਆ ਤੇ ਆਪਾਂ ਕਿੰਨੀ ਪੋਲੂਸ਼ਨ 'ਚ ਵਾਧਾ ਕਰ ਰਹੇ ਹਾਂ। ਜੇ ਨਹੀਂ ਤੇ ਤੁਸੀਂ ਹੱਥਾਂ ਦੇ ਇਸ ਵੇਲੇ ਖੀਰ ਦਿੰਦੇ ਹੋ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਕਿਵੇਂ ਕਰੀਏ? ਸੋ ਇੱਕ ਬੜੀ ਸਮੱਸਿਆ ਵੀ ਆ ਸਕਦੀ, ਮੈਨੂੰ ਖਿਮਾ ਕਰਨਾ ਲਫ਼ਜ਼ ਵਰਤਿਆ ਗਿਆ, ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰਵਾਨਿਤ ਮਰਿਆਦਾ ਹੈ ਅਸੀਂ ਉਹਨੂੰ ਛੱਡ ਕੇ ਕਿਉਂ ਦੂਜੇ ਪਾਸੇ ਜਾਂਦੇ ਹਾਂ?
ਉਹ ਭਾਵੇਂ ਚੰਗੀ ਹੈ ਜਾਂ ਠੀਕ ਲੱਗਦੀ ਜਾਂ ਨਹੀਂ ਲੱਗਦੀ ਵੱਖਰੀ ਗੱਲ ਹੈ, ਪਰ ਇੱਕ ਗੁਰੂ ਦਾ ਹੁਕਮ ਜਿਹੜਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਹੈ, ਉਹਦੇ ਤੋਂ ਉੱਪਰੋਂ ਕੋਈ ਹੋਰ ਰੀਤਾਂ ਸ਼ੁਰੂ ਕਰਨੀਆਂ ਇਹ ਕੋਈ ਚੰਗੀ ਗੱਲ ਨਹੀਂ ਹੈ। ਤੇ ਸਾਨੂੰ ਜਿਹੜੀ ਦੇਗ ਹੈ ਉਹਦੇ ਤੇ ਹੀ ਟੇਕ ਰੱਖਣੀ ਚਾਹੀਦੀ ਹੈ, ਔਰ ਦੇਗ ਬਣਾਉਣ ਲੱਗੇ ਬਿਲਕੁਲ ਜੋ ਵਿਧੀ ਵਿਧਾਨ ਸਾਡੀ ਰਹਿਤ ਮਰਿਆਦਾ 'ਚ ਦੱਸਿਆ, ਕਿਰਪਾ ਕਰਕੇ ਉਹਦੇ ਮੁਤਾਬਕ ਹੀ ਬਣਾਇਆ ਜਾਏ, ਕਿਉਂਕਿ ਕਈ ਵਾਰੀ ਦੇਗ ਜਿਹੜੀ ਘਰਾਂ 'ਚ ਬਣ ਕੇ ਆਉਂਦੀ ਹੈ ਉਹਦੇ 'ਚ ਕਈ ਵਾਰੀ ਵਿਧੀ ਵਿਧਾਨ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਡੀ ਆਪਣੀ ਕੌਮੀ ਬਿਹਤਰੀ ਲਈ ਸਾਨੂੰ ਜ਼ਰੂਰੀਆਂ ਨੇ, ਔਰ ਸਾਡੇ ਵਿਲੱਖਣਤਾਪਣ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀਆਂ ਨੇ। ਤੋ ਧੰਨਵਾਦ ਪ੍ਰਿੰਸੀਪਲ ਸਾਹਿਬ ਜੀ ਦਾ, ਔਰ ਮੈਂ ਆਸ ਕਰਦਾ ਵੀ ਸੰਗਤ ਨੂੰ ਵੀ ਇਸ ਵਿਸ਼ੇ ਤੇ ਪੂਰਨ ਚਾਨਣ ਹੋ ਗਿਆ। ਫਿਰ ਵੀ ਜੇ ਕਿਸੇ ਦਾ ਕੋਈ ਹੋਰ ਹੋਏਗਾ ਤਾਂ ਕਿਰਪਾ ਕਰਕੇ ਆਪਣਾ ਵਿਚਾਰ ਲਿਖ ਕੇ ਭੇਜ ਸਕਦੇ ਹੋ, ਅਗਲੇ ਹਫਤੇ ਉਹਦੇ ਬਾਰੇ ਵਿਚਾਰ ਕੀਤਾ ਜਾ ਸਕਦਾ। ਤੋ ਸਾਧ ਸੰਗਤ ਜੀ, ਪਿਛਲੇ ਦਿਨੀ ਸ਼ਬਦ ਆਇਆ ਸੀ, ਤੇ ਉਹਦੇ ਬਾਰੇ ਸਾਡੇ ਕੋਲ ਮਨੀਤ ਕੌਰ ਨੇ ਇਨਪੁਟ ਭੇਜੀ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 182 ਤੇ ਸ਼ਬਦ ਹੈ, ਉਹਦੀਆਂ ਤੁਕਾਂ ਨੇ ਕਿ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਹੇ। ਉਹਨਾਂ ਨੇ ਸਾਨੂੰ ਇਨਪੁਟ ਭੇਜੀ ਹੈ ਕਿ ਇਹਦੇ 'ਚ ਸਿਹਾਰੀ ਜਿਹੜੀ ਹੈ ਉਹਦੀ ਉਚਾਰਨ ਹੈ ਔਰ ਨਾਸਕੀ ਉਚਾਰਨ ਨਹੀਂ ਹੈ, ਔਰ ਸਨੀਚਰਵਾਰ ਪੈਨਲ ਦੇ ਵਿੱਚ ਡਿਸਕਸ ਹੋਇਆ ਤਾਂ ਇਹੀ ਉਹਦੇ 'ਚ ਪੈਨਲ ਦੇ ਮੈਂਬਰਾਂ ਨੇ ਵੀ ਇਹ ਸਹਿਮਤੀ ਪ੍ਰਗਟ ਕੀਤੀ ਹੈ ਵੀ ਇਸ ਸ਼ਬਦ ਨੂੰ ਇਦਾਂ ਹੀ ਪੜ੍ਹਨਾ ਕਿ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਹੇ। ਤੋ ਇਹ ਉਹਨਾਂ ਦੀ ਇਨਪੁਟ ਆਈ ਹੈ, तो मैं आप जी के सामने रखी है, उन्होंने भी धन्यवाद जिन्होंने इनपुट भेजी। तो आओ साथ संग अगले सवाल वाल चलते हैं। अगला सवाल है, आप देखते हैं कि जिस वेले आप पाठ करते हैं श्री गुरु ग्रंथ साहब जी तो हरेक शब्द के बाद कुछ फिगर्स लिखिया ने, कोई अंक लिखे होंगे ने। उन्होंने अंकों का जिवें पहले भी अगे पिछले कई बारी विचार हो चुकी है कि सब तो पहला उस पर्टिकुलर जो शब्द है ਉਹਦੇ ਕਿੰਨੇ ਪੈਰਾਗ੍ਰਾਫਸ ਨੇ ਉਹਨਾਂ ਦਾ ਜੋੜ ਦਿੱਤਾ, ਜਿਵੇਂ 2 4 6 8 ਹੱਦ। ਉਸ ਤੋਂ ਬਾਅਦ ਉਸ ਗੁਰੂ ਸਾਹਿਬਾਨ ਦੇ ਇਹ ਕਿੰਨਵਾਂ ਸ਼ਬਦ ਹੈ, ਦੂਜਾ ਹੈ, ਚੌਥਾ ਹੈ, ਛੇਵਾਂ। ਤੇ ਉਸ ਤੋਂ ਬਾਅਦ ਉਹਦਾ ਪ੍ਰੋਗਰੈਸਿਵ ਟੋਟਲ ਹੁੰਦਾ ਹੈ ਕਿ ਪਿਛਲੇ ਗੁਰੂ ਸਾਹਿਬਾਨ ਦੇ ਸ਼ਬਦ ਮਿਲਾ ਕੇ ਔਰ ਇਸ ਗੁਰੂ ਸਾਹਿਬਾਨ ਦੇ ਸ਼ਬਦ ਮਿਲਾ ਕੇ ਟੋਟਲ ਕਿੰਨੇ ਨੇ, ਇਹ ਤੇ ਆਦਿਕ। तो ਉਹਦੇ ਬਾਰੇ ਸਾਨੂੰ ਇੱਕ ਜਿਹੜਾ ਅਗਲਾ ਸਵਾਲ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 411 ਤੇ ਇਹ ਆਸਾ ਰਾਗ ਵਿੱਚ ਹੈ ਜੀ, जोड़ है 2 7 163 ਤੇ 232। ਹੁਣ ਸਵਾਲ ਭੇਜਿਆ ਜਿਨ੍ਹਾਂ ਨੇ, ਉਹ ਕਹਿੰਦੇ ਨੇ ਕਿ ਇਹਦੇ ਵਿੱਚ ਮਹਿਲੇ ਪਹਿਲੇ ਦੇ 39, ਮਹਿਲੇ ਤੀਜੇ ਦੇ 13, ਚੌਥੇ ਦੇ 15, ਇਹ ਬਣ ਗਏ 67 ਤੇ ਪੰਜਵੇਂ ਦੇ 163। ਇਸ ਤਰ੍ਹਾਂ ਜੋੜ ਬਣਦਾ 230, ਪਰ ਉੱਥੇ 232 ਕਿਉਂ ਲਿਖਿਆ, ਇਹਦੇ ਬਾਰੇ ਮੈਂ ਸਾਥ ਤੇਜਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਚਾਨਣਾ ਪਾਓ ਜੀ, ਵੀਰ ਤੇਜਿੰਦਰ ਸਿੰਘ। जी अपने आप अनम्यूट कर लो। वाहिगुरू जी का खालसा, वाहिगुरू जी की फतेह। जिवें कि पैनल की मीटिंग विच भी इस बारे विचार हुई सी, श्री गुरु ग्रंथ साहब दे पन्ना 411 के उपर जिवें सरदार राजा सिंह जी ने डिटेल दसी है। ये ठीक है कि जिहड़ा टोटल लिखिया है कि महला पहला दे 39 शब्द हैं, महला तीजा दे 13, महला चौथा दे 15 ते महला पंजवें दे 163 हैं। सो ये जोड़ जड़ा 230 बनता है। लेकिन जिहड़ी इत्थे विचार प्रोफैसर साहब सिंगरा ने दर्पण के अंदर देती है, उस अनुसार ये है कि इस तो पहला जितों सिर राग दा उन्होंने इहदा आसा राग दा आरंभ दसिया है, उत्ते सोदर दी जिहड़ी आरंभता है वो सोदर तेरा किया सो करके हथों हुंदी है। तो उस शब्द दे जिहड़े हन वो 22 तुकां ही हन ते जिहड़ा शब्द हुंदा है ओहदियां बंद हुंदे ने। तो इहदे च अगर असीं पढ़ने सोदर दी पौड़ी ते ओहदे अंदर सानूं ये पता लगदा है कि ये सिर्फ 22 तुकां हन। सिर्फ 22 तुकां होण करके इस सारे नूं जिहड़ा है वो एक शब्द दा जिहड़ा है वो जिहड़ा है जोड़ दसिया गया है। और इहदे नाल ही उस तो बाद सो पुरख दी पौड़ी है। तो सो पुरख दी जदों असीं पढ़दे हां ते ओहदे विच जिहड़े हन 5 बंद जिहड़े हन ਉਹ ਹਨ ਇੱਕ ਜਿਹੜਾ ਉਹਦਾ ਸ਼ਬਦ ਬਣਦਾ ਹੈ ਟੋਟਲ। तो ਉਹ ਸਾਰੇ ਨੂੰ ਜਦੋਂ ਅਸੀਂ ਸੋਦਰ ਵਾਲੇ ਨੂੰ ਲੈਨੇ ਆ ਤੇ ਉਹਦੇ ਵਿੱਚ 22 ਜਿਹੜੇ ਹਨ
ਉਹ ਤੁਕਾਂ ਹਨ, ਲੇਕਿਨ ਉਸ ਦੇ ਵਿੱਚ ਅੰਕ ਜਿਹੜਾ ਅਖੀਰ ਦੇ ਉੱਪਰ ਸੋ ਪਾਤਸ਼ਾਹ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਜਦੋਂ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਇਹ ਅੰਕ ਇੱਕ ਹੈ ਤੇ ਫਿਰ ਇੱਕ ਅੰਕ ਦਿੱਤਾ ਹੈ। ਤੋ ਇਸ ਦਾ ਭਾਵ ਇਹ ਹੈ ਕਿ ਇਸ ਦੀ ਬਣਾਵਟ ਵੱਲ ਵੀ ਧਿਆਨ ਅਸੀਂ ਦਿਵਾਇਆ ਉਹਨਾਂ ਨੇ, ਔਰ ਕਿਹਾ ਕਿ ਸ਼ਬਦ ਵਾਂਗ ਇਸ ਦੇ ਵੱਖ-ਵੱਖ ਬੰਦ ਨਹੀਂ ਹਨ, ਸਾਰੀਆਂ 22 ਤੁਕਾਂ ਦਾ ਇੱਕੋ ਹੀ ਸੰਗ੍ਰਹਿ ਹੈ ਤੇ ਅਖੀਰ ਉਤੇ ਅੰਕ ਇੱਕ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤਰਤੀਬ ਹੈ ਕਿ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਸ਼ਬਦ ਦਰਜ ਹਨ, ਫਿਰ ਗੁਰੂ ਅੰਗਦ ਸਾਹਿਬ ਦੇ ਸ਼ਬਦ ਨਹੀਂ ਹਨ, तो फिर गुरु अमरदास जी के शब्द हैं, गुरु रामदास पातशाह दे, फिर गुरु अर्जन देव पातशाह जी के शब्द हैं। पर इस वाक तो अगे गुरु रामदास जी का एक वाक है, उस तो पिछों गुरु नानक साहब के शब्द शुरू होंगे हैं जो गिनती में 39 हैं। इस वाक नूं उन्हां शब्दां की गिनती में नहीं रखा गया। सो ये वाक शब्द नहीं है, इसका सिरलेख है सोदर। गुरु रामदास जी का वाक है सोपुरख। ये दोवें सोदर ਅਤੇ सोपुरख ਵੱਖਰੀ ਵੱਖਰੀ श्रेणी ਵਿੱਚ रखे गए हैं। इस श्रेणी तो पिछों मूल मंत्र नवें सिरे दर्ज है। इसका यही भाव है कि पहला संग्रह मुक गया है, हुण दूजा संग्रह शुरू हुंदा है। तो जेकर ये सोदर और सोपुरख ਜਿਹੜੇ ਹਨ ਇਹਨਾਂ ਨੂੰ ਅਸੀਂ 230 ਦੇ ਵਿੱਚ ਐਡ ਕਰ ਲੈਣੇ ਆ, ਜਮਾ ਕਰ ਲੈਣੇ ਆ, ਤਾਂ ਇਹ ਟੋਟਲ ਜਿਹੜਾ ਹੈ 232 ਬਣ ਜਾਂਦਾ। तो ਇਹ ਕਿਸੇ ਕਿਸਮ ਦਾ ਕੋਈ ਵੀ ਕਨਫਿਊਜ਼ਨ ਇਹਦੇ ਚ ਨਹੀਂ ਹੈ, ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਆਸ ਹੈ ਜਿਹੜੇ ਸਵਾਲ ਭੇਜਿਆ ਹੈ ਉਹਨਾਂ ਨੂੰ ਇਹ ਗੱਲ ਜਿਹੜੀ ਕਲੀਅਰ ਹੋ ਗਈ ਹੋਣੀ ਹੈ ਕਿ ਜਦੋਂ ਅਸੀਂ ਉਸ ਤੋਂ ਬਾਅਦ ਸੁਣ ਵੱਡਾ ਆਖੇ ਸਭ ਕੋਈ ਵਾਲੀ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਉਸ ਦੇ ਉੱਪਰ ਜਿਹੜਾ ਸੰਖੇਪ ਰੂਪ ਵਿੱਚ ਜਿਹੜਾ ਮੂਲ ਮੰਤਰ ਦਿੱਤਾ ਹੈ ਏਕ ਓਂਕਾਰ ਸਤਿਗੁਰ ਪ੍ਰਸਾਦ। तो इसका भाव है कि इस तो पहला जिहड़ा है वो उत्थे ही उस गल की समाप्ति है, एक शब्द ते उस तो पहला सोदार दा एक शब्द जिहड़ा है वो दो अलग अलग शब्द हैं, लेकिन वो टोटल वाली श्रेणी दे विच उन्हां नूं ऐड नहीं किया गया जदों जमा दा टोटल सानूं दिता गया है। वाहिगुरू जी का खालसा, वाहिगुरू जी की फतेह। पंजवें पातशाह ने जिस वेले गुरु ग्रंथ साहब की भीड़ नूं एडिट करवाया तां इह संपादना कीती अंकां दी जिहड़ी बाद विच इह सिस्टम है, ये एक बड़ा यूनीक सिस्टम है जिहड़ा अज तक किसी होर ग्रंथ में सानू नहीं मिलता। तो ये एक इहदे च बड़ा इहदा वाधा है, तां जे कोई वाधा घाटा ना हो सके तो हुणे तुसीं देख लो कि दो दा अगर फर्क लग्या तां जिस सज्जना ने क्वेश्चन भेजिया उन्हां दे मन विच गल आ गई। सो ये गुरु अर्जन साहब जी का एक बहुत ही नवेकला ढंग सी एडिट करन दा कि उन्हां ने हरेक शब्द दे बाद विच इहनूं आपां कह सकते हैं कि एक इहो जी कुंजी लाई है कि तां जे इहदे विच कोई रल गड़ ना हो सके, इहदे नाल कोई छेड़छाड़ ना हो सके। बहुत सुंदर तरीका है। तो वीर जी का धन्नवाद है, उन्होंने पूरे विस्तार सहित सानू समझा दिता है और आस है बई संगत नूं भी इस सवाल नाल संतुष्टि होएगी, नहीं तो आप जी दोबारा इनपुट दे सकते हो। धन्नवाद जी। तो साध संगत आपां अगला शब्द जिहड़ा करना है वो गुरु ग्रंथ साहब विच आए अखरां दे जिहड़े उचारण उहदे बारे है। जिस तरह आपां देखदे हां भी गुरु नानक दे मत विच हरेक नूं हुणे जिवें प्रिंसीपल साहब लफ्ज़ वरत रहे सी, मानस की जात सब एक है पहचान, सारियां नूं भावें कोई किते दा रहण वाला है या किसे नाल किसे कबीले नाल किसे नाल संबंध रखदा है, असीं सारियां च रब्बी जोत देख के हर एक नूं इक्को जिहा मान सत्कार दिंदे हां। साडे लई सारे रब दा रूप ने। इस तरह पुराने समय में हुण भी हो सकता है, पर पुराने समय कुछ एक बोलियां जिहड़ियां ने उन्हां नूं बड़ा पवित्र दर्जा दिता जांदा सी और बहुते ग्रंथ भी आपां नूं जिहड़े अन मतां दे मिलदे ने वो केवल इक्को भाषा च ने। ये गुरु ग्रंथ साहब की एक विलक्षणता है कि इहदे च कई बोलियां दा सुमेल है। तो इस जिहा एक सवाल आया कि जिस वेले भगत जयदेव जी का सवाल शब्द जिहड़ा ओहदा विस्तार हो रहा सी तो ਉਹਦੇ ਵਿੱਚੋਂ ਤਿੰਨ ਸ਼ਬਦਾਂ ਬਾਰੇ ਸਾਨੂੰ ਤਿੰਨ ਵੱਖੋ-ਵੱਖ ਸਰੋਤਿਆਂ ਨੇ ਭੇਜਿਆ ਕਿ ਇਹਦਾ ਉਚਾਰਨ ਕਿਵੇਂ ਹੈ। ਕੱਕੇ ਨੂੰ ਸਿਹਾਰੀ ਉੱਤੇ ਟਿੱਪੀ, ਦੂਜਾ ਲਫ਼ਜ਼ ਹੈ ਸੱਸੇ ਦੇ ਪੈਰ ਵਿੱਚ ਵਵਾ ਸੱਸਾ ਤੱਤਾ, ਤੀਜਾ ਅੱਖਰ ਹੈ ਸੱਸੇ ਨੂੰ ਸਿਹਾਰੀ ਧੱਦੇ ਨੂੰ ਸਿਹਾਰੀ। तो ਇਹਨਾਂ ਤਿੰਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਉਹਨਾਂ ਨੇ ਸਾਡੇ ਸਰੋਤਿਆਂ ਨੇ ਪੁੱਛਿਆ। तो मैं बेनती करांगा ਗਿਆਨੀ ਅਮਰਤਪਾਲ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਇਹਨਾਂ ਤਿੰਨਾਂ ਸ਼ਬਦਾਂ ਦਾ ਉਚਾਰਨ ਜਿਹੜਾ ਉਹਦੇ ਬਾਰੇ ਸਪਸ਼ਟ ਕਰਨ ਜੀ। ਕੱਕੇ ਨੂੰ ਸਿਹਾਰੀ ਉੱਤੇ ਟਿੱਪੀ, ਸੱਸੇ ਦੇ ਪੈਰ ਵਿੱਚ ਵਵਾ ਸੱਸਾ ਤੱਤਾ ਔਰ ਤੀਜਾ ਹੈ ਸੱਸੇ ਨੂੰ ਸਿਹਾਰੀ ਧੱਦੇ ਨੂੰ ਸਿਹਾਰੀ। ਗਿਆਨੀ ਅਮਰਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
ਇਹ ਵੈਸੇ ਇਹਦੇ ਉਚਾਰਨ ਦੇ ਬਾਰੇ ਪਿਛਲੀ ਵਾਰੀ ਜਦੋਂ ਸਾਰੇ ਸ਼ਬਦ ਦੀ ਵਿਚਾਰ ਹੋਈ ਸੀ ਉਚਾਰਨ ਦੀ, ਉਸ ਵੇਲੇ ਵੀ ਮੈਂ ਬੇਨਤੀ ਕਰ ਦਿੱਤੀ ਸੀ ਕਿ ਇਹਨਾਂ ਸ਼ਬਦਾਂ ਦਾ ਉਚਾਰਨ ਕਿਵੇਂ ਕਰਨਾ ਹੈ। ਤੇ ਜਿਹੜਾ ਕੱਕੇ ਨੂੰ ਸਿਆਰੀ ਦੇ ਉੱਤੇ ਟਿੱਪੀ ਹੈ, ਇਹਦਾ ਉਚਾਰਨ ਜਿਹੜਾ ਕਿੰਗ ਗੰਗੇ ਦੀ ਆਵਾਜ਼ ਜਿਹੜੀ ਹੈ ਉਹ ਆਉਣੀ ਹੈ ਇਸ ਸ਼ਬਦ ਦੇ ਉਚਾਰਨ ਨੂੰ ਛੱਡਦਿਆਂ ਹੋਇਆਂ। ਇਹ ਕਿੰਨ ਨਹੀਂ ਬੋਲਿਆ ਜਾਣਾ ਜਾਂ ਕਿੰਗ ਨਹੀਂ ਬੋਲਿਆ ਜਾਣਾ, ਕਿੰਗ ਗੰਗੇ ਦਾ ਉਚਾਰਨ ਜਿਹੜਾ ਗੰਗੇ ਨੇ ਸ਼ੋਅ ਕਰਕੇ ਛੱਡ ਦੇਣਾ, ਜਿਹਦਾ ਅਰਥ ਪ੍ਰੋਫੈਸਰ ਸਾਹਿਬ ਜੀ ਨੇ ਬੜਾ ਸੁੰਦਰ ਕੀਤਾ ਹੈ, ਕਿਆ ਹੈ ਜਾਂ ਇਹਦੇ ਨਾਲ ਕੀ ਵਾਸਤਾ ਹੈ ਸਾਡਾ। ਇੱਥੇ ਖੰਡਨ ਕੀਤਾ ਗਿਆ ਹੈ ਜੋਗੇਨ ਕਿੰਗ, ਜਗੇਨ ਕਿੰਗ, ਦਾਨੇਨ ਕਿੰਗ ਤਪਸਾ। ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਨੂੰ ਹੀ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਨੂੰ ਹੀ ਮੁੱਖ ਰੱਖਿਆ ਗਿਆ ਹੈ ਤੇ ਯੋਗ ਦੀ ਔਰ ਜੱਗਾਂ ਦੀ ਅਤੇ ਤਪੱਸਿਆ ਆਦਿਕ ਕਰਮਾਂ ਦੀ ਜਿਹੜੀ ਹੈ ਉਹਦੀ ਖੰਡਨ ਕੀਤਾ ਗਿਆ ਹੈ। ਵੀ ਸਾਡੇ ਵਾਸਤੇ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਬੰਦਗੀ ਹੈ ਉਹਦੇ ਵਿੱਚ ਹੀ ਯੋਗ ਆ ਜਾਂਦਾ ਹੈ, ਉਹਦੇ ਵਿੱਚ ਹੀ ਜਗ ਆ ਜਾਂਦਾ ਹੈ ਤੇ ਉਹਦੇ ਵਿੱਚ ਹੀ ਦਾਨ ਆ ਜਾਂਦਾ ਹੈ। ਤੇ ਇਹਦਾ ਉਚਾਰਨ ਜਿਹੜਾ ਹੈ ਉਹ ਕਿੰਗ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਬਚਣਾ ਹੈ ਉਹਦੇ ਉਚਾਰਨ ਦੇ ਵਿੱਚ ਨੰਨਾ ਲਗਾਉਣ ਤੋਂ ਅਤੇ ਗੱਗਾ ਲਗਾਉਣ ਤੋਂ। ਇਸ ਤਰ੍ਹਾਂ ਇਹਦਾ ਉਚਾਰਨ ਉਸ ਦਿਨ ਵੀ ਮੈਂ ਬੇਨਤੀ ਕੀਤੀ ਸੀ। ਬਾਕੀ ਸਿੱਧ ਸੁਸਿੰਧ ਸਿਆਰੀ ਤੇ ਧੱਦੇ ਨੂੰ ਸਿਆਰੀ, ਇਹ ਧੱਦੇ ਨੂੰ ਸਿਆਰੀ ਜਿਹੜੀ ਇੱਥੇ ਲੱਗੀ ਹੋਈ ਹੈ ਕਿਉਂਕਿ ਨਿੱਧ ਸਿੱਧ ਤੇ ਰਿੱਧ ਇਹ ਸਾਰੇ ਹੀ ਸ਼ਬਦ ਜਿਹੜੇ ਹਨ ਇਹ ਇਸਤਰੀ ਵਾਚਕ ਨੇ, ਇਸ ਕਰਕੇ ਇਹ ਸਿਆਰੀਆਂ ਲੱਗੀਆਂ ਹੋਈਆਂ ਨੇ। ਰਿੱਧੀਆਂ ਸਿੱਧੀਆਂ, ਸਿੱਧੀ ਦਾ ਅਰਥ ਇੱਥੇ ਸਫਲਤਾ ਹੈ। ਜਪ ਨਰ ਸਗਲ ਸਿੱਧ ਪਦੰ, ਸਾਰੀਆਂ ਸਿੱਧੀਆਂ ਸਾਰੀਆਂ ਸਫਲਤਾਵਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਜਦੋਂ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜੀਦਾ ਹੈ। ਤੋ ਇਹਦਾ ਉਚਾਰਨ ਜਿਹੜਾ ਉਹ ਸਿੱਧ ਹੀ ਹੋਏਗਾ, ਸਿੱਧੀ ਕਰਨ ਦੀ ਲੋੜ ਨਹੀਂ ਹੈ। ਪਰ ਇਹਦਾ ਅਰਥ ਜਿਹੜਾ ਕਿ 9 ਨਿਧੀਆਂ ਤੇ 18 ਸਿੱਧੀਆਂ ਮੰਨੀਆਂ ਗਈਆਂ ਹਨ ਤੇ ਇਹ ਉਹਦੇ ਤੋਂ ਹੀ ਇਹਦੀ ਹੋਂਦ ਆਈ ਹੈ। ਅੱਗੇ ਹੈਗਾ ਸਵਸਤ, ਸੱਸਾ ਪੈਰ 'ਚ ਵਾਵਾ ਤੇ ਸੱਸਾ ਤੇ ਤੱਤਾ, ਇਹਨੂੰ ਸਵਸਤ ਕਰਨਾ ਹੈ। ਸਵਸਤ ਇਹਦਾ ਵਾਵੇ ਦਾ ਉਚਾਰਨ ਥੋੜਾ ਜਿਹਾ ਹੋਣਾ ਹੈ ਪਰ ਰੇਲਾ ਜਿਹਾ ਦੇ ਕੇ ਸੱਸੇ ਦੇ ਅੱਗੇ ਸਵਸਤ। ਸਵਸਤ ਜਿਸ ਤਰ੍ਹਾਂ ਪੈਰਾਂ ਵਾਲੇ ਸ਼ਬਦ, ਜਿਸ ਤਰ੍ਹਾਂ ਕੱਕਾ ਪੈਰ 'ਚ ਰਾਰਾ ਤੇ ਕੱਕੇ ਨੂੰ ਸਿਆਰੀ ਤੇ ਪੱਪੇ ਨੂੰ ਕੰਨਾ, ਉੱਥੇ ਅਸੀਂ ਕਿਰਪਾ ਬੋਲਦੇ ਹਾਂ। ਕਿਰਪਾ ਉਹ ਮਾਤਰ ਜਿਹੜੀ ਸਿਆਰੀ ਦੀ ਲੱਗੀ ਹੋਈ ਹੈ ਉਹਦਾ ਉਚਾਰਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜੇ ਪੈਰਾਂ ਵਾਲੇ ਅੱਖਰ ਨੇ ਇਹਨੂੰ ਪਹਿਲੇ ਅੱਖਰ ਨੂੰ ਜ਼ੋਰ ਦੇ ਕਰਕੇ, ਪਹਿਲੇ ਅੱਖਰ ਦੇ ਉੱਤੇ ਜ਼ੋਰ ਦੇ ਕਰਕੇ ਤੇ ਦੂਸਰੇ ਅੱਖਰ ਨੂੰ ਉਹਦੇ ਵਿੱਚ ਹੀ ਸ਼ਾਮਿਲ ਕਰੀਦਾ ਤੇ ਇਹਦਾ ਉਚਾਰਨ ਜਿਹੜਾ ਸਵਸਤ ਹੋਏਗਾ। ਸਵਸਤ ਇਹ ਹੋਰ ਥਾਂ ਤੇ ਵੀ ਆਇਆ ਧਨਾਸਰੀ ਰਾਗ ਦੇ ਵਿੱਚ, ਸਵਸਤ ਵਿਵਸਥਾ ਹਰ ਕੀ ਸੇਵਾ ਮਧਿਅੰਤ ਪ੍ਰਭ ਜਾਪਣ। ਮਧਿਅੰਤ ਜਿਹੜਾ ਹੈ ਉਹ ਵੀ ਉੱਥੇ ਅੱਧਾ ਜੀਆ ਲੱਗਿਆ ਹੋਇਆ ਹੈ। ਮੱਧ ਤੇ ਅੰਤ, ਆਦ ਮੱਧ ਤੇ ਅੰਤ ਜੀਵਨ ਦੇ ਵਿੱਚ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਜਪਨ ਹੈ ਉਹਦੀ ਮਹਾਨਤਾ ਦਰਸਾਈ ਗਈ ਹੈ। ਇੱਥੇ ਸਵਸਤ ਜਿਹੜਾ ਸ਼ਬਦ ਹੈ ਇਹਦਾ ਉਚਾਰਨ ਸਵਸਤ ਹੋਣਾ, ਵਾਵਾ ਜਿਹੜਾ ਹੈ ਉਹਦਾ ਉਚਾਰਨ ਹੋਣਾ। ਇਸ ਤਰ੍ਹਾਂ ਹੁਣ ਤੱਕ ਜਿਤਨੇ ਵੀ ਪੁਰਾਤਨ ਗਿਆਨੀ ਸਿੰਘ ਵਿਚਾਰਵਾਨ ਜਿਹੜੇ ਆ ਉਹ ਸਿਖਾਇਆ ਕਰਦੇ ਸਨ ਅਤੇ ਇਹਦਾ ਸਰੂਪ ਵੀ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਸਾਡੇ ਸਾਹਮਣੇ ਆਉਂਦਾ ਹੈ। ਇਸ ਕਰਕੇ ਇਹਦਾ ਉਚਾਰਨ ਇਸੇ ਤਰ੍ਹਾਂ ਹੀ ਕੀਤਾ ਜਾਣਾ ਚਾਹੀਦਾ ਹੈ। ਧੰਨਵਾਦ ਜੀ। तो शुक्रिया जी। ये बड़ा अहम सवाल सी साहब संगत जी कि गुरबाणी का उचारण, और जो पहला सवाल MP सिंह ने किया सीगा वो भी बड़ा अहम है कि किस कॉन्टैक्स्ट विच है और की उचारण है, क्योंकि इन्हां दोनों चीज़ों के नाल जे समझ आएगी तो सही सानू उस जिहड़ा भी शब्द आप पढ़ रहे हैं ਉਹਦਾ सही ज्ञान ਤਾਂ ਹੋਏਗਾ ਜੇਕਰ ਉਹਦਾ ਉਚਾਰਨ ਸਹੀ ਹੈ ਔਰ ਜੇਕਰ ਉਹਦਾ ਕੰਟੈਕਸਟ ਸਾਨੂੰ ਪਤਾ। ਸੋ ਇਹਨਾਂ ਦੋਨਾਂ ਗੱਲਾਂ ਦਾ ਬੜਾ ਧਿਆਨ ਰੱਖਣ ਦੀ ਲੋੜ ਹੈ
और दोनों बड़े अहम सवाल आए ने। तो ਗਿਆਨੀ जी ने बड़े विस्तार सहित दसिया और ਉਹਨਾਂ ਦਾ ਧੰਨਵਾਦ ਹੈ। ਔਰ ਸੰਗਤ ਨੂੰ ਹੀ ਇਸ ਆਪਾਂ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸ਼ਬਦ ਸੁਣਦਿਆਂ ਜਿਸ ਵੇਲੇ ਸ਼ਬਦ ਦੀ ਵਿਆਖਿਆ ਹੋ ਰਹੀ ਸੀ ਵਿੱਚ ਵੀ ਸਵਾਲ ਆਏ ਸਨ ਤੇ ਬਾਅਦ ਵਿੱਚ ਲਿਖ ਕੇ ਭੇਜੇ ਨੇ ਕਿ ਇਹ ਪਰਟੀਕੂਲਰ ਸ਼ਬਦ ਦਾ ਉਚਾਰਨ ਕਿਸ ਤਰ੍ਹਾਂ। ਸੋ ਮਤਲਬ ਤੇ ਹੈ ਕਿ ਗੁਰਬਾਣੀ ਨੂੰ ਇਸ ਤਰ੍ਹਾਂ ਨੀਝ ਲਾ ਕੇ ਪੜ੍ਹਨ ਔਰ ਸਮਝਣ ਦੀ ਲੋੜ ਹੈ। ਸਭ ਦਾ ਧੰਨਵਾਦ ਹੈ ਜੀ। ਆਓ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਤੋ ਸਾਧ ਸੰਗਤ ਜੀ, ਜਿਵੇਂ ਪਹਿਲੇ ਮੈਂ ਬੇਨਤੀ ਕੀਤੀ ਸੀ ਵੀ ਗੁਰਦੁਆਰਿਆਂ ਜਾਂ ਗੁਰਮਤਿ ਸਮਾਗਮਾਂ ਦੇ ਵਿੱਚ ਕਈ ਰੋਹ ਰੀਤੀਆਂ ਚੱਲਦੀਆਂ ਨੇ, ਉਹਨਾਂ ਬਾਰੇ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਅਗਲਾ ਇੱਕ ਜਿਹੜਾ ਸਵਾਲ ਆਇਆ ਸਾਡੇ ਕੋਲ ਉਹ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜਾ ਮੁੱਖ ਵਾਕ ਅੰਮ੍ਰਿਤ ਵੇਲੇ ਲਿਆ ਜਾਂਦਾ ਹੈ ਔਰ ਜਿਹੜਾ ਸੰਧਿਆ ਵੇਲੇ ਲਿਆ ਜਾਂਦਾ, ਇਹ ਮਤਲਬ ਜਿਹੜਾ ਮੁੱਖ ਵਾਕ ਅੰਮ੍ਰਿਤ ਵੇਲੇ ਲਿਆ ਜਾਂਦਾ ਹੈ ਉਹ ਸ਼ਾਮ ਨੂੰ ਨਹੀਂ ਹੁੰਦਾ, ਸੰਧਿਆ ਵੇਲੇ ਹੋਰ ਸ਼ਬਦ ਜਿਹੜਾ ਉਹ ਚੁਣਿਆ ਜਾਂਦਾ ਜਾਂ ਹੁੰਦਾ। ਇਹਦੇ ਬਾਰੇ ਇਹ ਕੀ ਅਭੀ ਆਇਆ, ਸੇਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਚਾਨਣਾ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਨ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਇਸ ਮਨੁੱਖਤਾ ਲਈ ਹੈ ਔਰ ਇੱਕ ਓਂਕਾਰ ਤੋਂ ਲੈ ਕੇ ਸਤਿਗੁਰੂ ਜੀ ਦਾ ਹਰ ਅੱਖਰ ਤੇਰਾ ਕੀਤਾ ਜਾਤੋ ਨਾਹੀ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਗੁਰੂ ਪਾਤਸ਼ਾਹ ਦਾ ਹੁਕਮ ਹੈ। ਪਰ ਕੌਮੀ ਏਕਤਾ ਨੂੰ ਇਕਸਾਰ ਰੱਖਣ ਦੇ ਲਈ, ਕੌਮ ਵਿੱਚ ਏਕਤਾ ਬਣਾਈ ਰੱਖਣ ਲਈ ਪੰਥ ਨੇ ਕੁਝ ਫੈਸਲੇ ਕੀਤੇ ਹਨ, ਜਿਨ੍ਹਾਂ ਮੁਤਾਬਕ ਹੁਕਮ ਲੈਣ ਦੀ ਮਰਿਆਦਾ ਵੀ ਨਿਸ਼ਚਿਤ ਕੀਤੀ ਗਈ। ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਹੁਕਮ ਲੈਣ ਦੀ ਮਰਿਆਦਾ ਹੈ, ਹੁਕਮ ਲੈਣ ਲੱਗਿਆ ਖੱਬੇ ਪੰਨੇ ਤੋਂ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੜ ਤੋਂ ਪੜ੍ਹਨਾ ਚਾਹੀਏ। ਇਹ ਸਿੱਖ ਰਹਿਤ ਮਰਿਆਦਾ ਦੇ ਜੋ ਮੌਜੂਦਾ ਐਡੀਸ਼ਨ ਹੈ ਉਹਦੇ ਪੰਨਾ ਨੰਬਰ 11 ਤੇ ਮੱਧ ਹਾਹਾ ਜਿਹੜਾ ਹੁਕਮ ਲੈਣ ਦੀ ਮੱਧ ਹਾਹਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੜ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਤੇ ਸਾਰਾ ਸ਼ਬਦ ਪੜ੍ਹੋ। ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਦੇ ਉੱਤੇ ਭੋਗ ਪਾਇਆ ਜਾਵੇ। ਇਹ ਮਰਿਆਦਾ ਹੈ ਹੁਕਮ ਲੈਣ ਦੀ। ਹੁਕਮ ਕੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਅਸੀਂ ਖੱਬੇ ਪਾਸੇ ਵੱਲ ਦੇਖਦੇ ਹਾਂ ਤੇ ਉੱਥੇ ਜਿਹੜਾ ਸ਼ਬਦ ਪਿੱਛੋਂ ਜਾਰੀ ਹੈ ਉਹ ਸ਼ਬਦ ਅਸੀਂ ਹੁਕਮ ਲੈ ਲੈਂਦੇ ਹਾਂ। ਜੇ ਸ਼ਬਦ ਪਹਿਲੇ ਸਟਾਰਟਿੰਗ ਤੋਂ ਹੀ ਸ਼ੁਰੂ ਹੈ, ਜਿੱਥੇ ਕਈ ਰਾਗ ਵੀ ਸ਼ੁਰੂ ਹੁੰਦੇ ਨੇ, ਤਾਂ ਅਸੀਂ ਉੱਥੋਂ ਹੀ ਹੁਕਮ ਨੂੰ ਸ਼ੁਰੂ ਕਰਦੇ ਹਾਂ। ਪਰ ਬਹੁਤੇ ਸ਼ਬਦ ਜਿਹੜੇ ਹਨ ਉਹ ਪਿਛਲੇ ਅੰਕ ਤੋਂ, ਪਿਛਲੇ ਪੰਨੇ ਤੋਂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਹੁੰਦੇ ਹਨ, ਤਾਂ ਅਸੀਂ ਉਹਨੂੰ ਪਰਤ ਕੇ ਫਿਰ ਸੱਜੇ ਪਾਸੇ ਦਾ ਆਖਰੀ ਸ਼ਬਦ ਜਿਹੜਾ ਹੈ ਉਹਨੂੰ ਸ਼ੁਰੂ ਕਰਦੇ ਹਾਂ, ਤਦ ਕਿ ਕੌਮੀ ਡਿਸਿਪਲਿਨ ਸਾਡਾ ਬਣਿਆ ਰਹੇ। ਆਪਣੀ ਮਰਜ਼ੀ ਦਾ ਜਾਂ ਆਪਣੀ ਮਰਜ਼ੀ ਨਾਲ ਹਰ ਕੋਈ ਜਿੱਥੋਂ ਮਰਜ਼ੀ ਚੁੱਕ ਕੇ ਸ਼ਬਦ ਨਾ ਪੜ੍ਹ ਲਵੇ। ਇਸ ਵਾਸਤੇ ਇਹ ਨਿਯਮ ਜਿਹੜੇ ਸਨ ਬਣਾਏ ਗਏ ਸਨ। ਵੈਸੇ ਸਤਿਗੁਰੂ ਜੀ ਦਾ ਹਰ ਸ਼ਬਦ ਸਾਡੇ ਲਈ, ਗੁਰਸਿੱਖ ਦੇ ਲਈ, ਕਿ ਸਾਰੀ ਮਨੁੱਖਤਾ ਲਈ ਇਹ ਹੁਕਮ ਹੈ। ਦਰਬਾਰ ਸਾਹਿਬ ਦੇ ਵਿੱਚ ਜੋ ਸਵਾਲ ਆਇਆ ਵੀ ਹੁਕਮ ਜਿਹੜਾ ਹੈ ਸਵੇਰੇ ਹੋਰ ਲਿਆ ਜਾਂਦਾ ਹੈ, ਸ਼ਾਮ ਨੂੰ ਹੋਰ ਲਿਆ ਜਾਂਦਾ ਹੈ, ਸਿੱਖ ਰਹਿਤ ਮਰਿਆਦਾ ਵਿੱਚ ਇਹਦੇ ਬਾਰੇ ਕੋਈ ਵਿਧੀ ਵਿਧਾਨ ਨਿਸ਼ਚਿਤ ਨਹੀਂ ਕੀਤਾ ਗਿਆ। ਐਕਚੁਅਲੀ ਜੋ ਅਸੀਂ ਦੇਖਦੇ ਹਾਂ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਾਮ ਦਾ ਜੋ ਹੁਕਮ ਹੁੰਦਾ, ਜਿਹੜੇ ਗ੍ਰੰਥੀ ਸਿੰਘ ਤਾਬਿਆ ਬੈਠਦੇ ਉਹ ਪੰਨਾ ਬਿਲਕੁਲ ਮਰਿਆਦਾ ਮੁਤਾਬਕ ਹੁਕਮ ਲੈਂਦੇ ਹਨ। ਉਹਦੇ 'ਚ ਮਰਿਆਦਾ ਦੀ ਉਲੰਘਣ ਨਹੀਂ ਹੋ ਰਿਹਾ। ਜੋ ਮਰਿਆਦਾ ਪੰਥ ਨੇ ਦੱਸੀ ਹੈ ਵੀ ਗੁਰੂ ਗ੍ਰੰਥ ਖੱਬੇ ਪੰਨੇ ਵਾਲਾ, ਤਾਂ ਉਹਦੇ ਬਿਲਕੁਲ ਖੱਬੇ ਪੰਨੇ ਤੋਂ ਉੱਤੇ ਹੀ ਉਹ ਜਿਹੜਾ ਹੁਕਮ ਹੈ ਉਸੇ ਦੇ ਮੁਤਾਬਕ ਲੈਂਦੇ ਨੇ। ਉਹ ਜਿਹੜਾ ਪੰਨਾ ਜਾਂ ਜਿਹੜਾ ਅੰਕ ਖੁੱਲਿਆ ਹੁੰਦਾ ਹੈ ਉਹਦੇ ਵਿੱਚੋਂ ਹੁਕਮ ਉਸੇ ਮੁਤਾਬਕ ਲੈ ਲੈਂਦੇ ਨੇ। ਸਵੇਰੇ ਹੁਕਮ ਹੋਰ ਹੁੰਦਾ, ਸ਼ਾਮ ਨੂੰ ਪੰਨਾ ਕਦੋਂ ਪਲਟਿਆ ਜਾਂਦਾ ਜਾਂ ਕਦੋਂ ਬਦਲੇ ਜਾਂਦੇ ਨੇ, ਇਹਦੇ ਬਾਰੇ ਕੋਈ ਵੀ ਨਿਸ਼ਚਿਤ ਮਰਿਆਦਾ ਨਹੀਂ ਜਾਂ ਵਿਧੀ ਵਿਧਾਨ ਵੀ ਨਹੀਂ ਹੈ ਤੇ ਨਾ ਹੀ ਕੋਈ ਵਿਧੀ ਵਿਧਾਨ ਬਣਿਆ ਹੋਇਆ ਹੈ। ਤੋ ਇਸ ਬਾਰੇ ਕਿਉਂ ਇਹ ਸਵੇਰੇ ਹੁਕਮ ਹੋਰ ਲਿਆ ਜਾਂਦਾ ਜਾਂ ਸ਼ਾਮ ਨੂੰ ਹੋਰ ਲਿਆ ਜਾਂਦਾ ਹੈ, ਇਹਦੇ ਬਾਰੇ ਕੋਈ ਨਿਸ਼ਚਿਤ ਮਰਿਆਦਾ ਵੀ ਨਹੀਂ ਹੈ ਤੇ ਵਿਧੀ ਵਿਧਾਨ ਵੀ ਨਹੀਂ ਹੈ। ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਇਹਦੇ ਬਾਰੇ ਜੇ ਹੋਰ ਪੁੱਛਣਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚਿੱਠੀ ਪੱਤਰ ਕਰਕੇ ਜ਼ਿਆਦਾ ਪੁੱਛਿਆ ਜਾ ਸਕਦਾ ਹੈ। ਪਰ ਜੋ ਹੁਕਮ ਲੈਂਦੇ ਹਨ ਗ੍ਰੰਥੀ ਸਿੰਘ ਤਾਬਿਆ ਬੈਠੇ, ਉਹ ਵਿਧੀ ਵਿਧਾਨ ਜੋ ਬਣਿਆ ਹੋਇਆ ਹੈ ਉਹਦੇ ਮੁਤਾਬਿਕ ਹੀ ਲੈਂਦੇ ਨੇ। ਉਹਦੇ ਵਿੱਚ ਕੋਈ ਕਮੀ ਨਹੀਂ ਹੈ।
ਵੀ ਉਹਨਾਂ ਦੇ ਦੱਸਣ ਵਿੱਚ ਜਾਂ ਹੁਕਮ ਲੈਣ ਵਿੱਚ ਕੋਈ ਨੁਕਸ ਨਹੀਂ ਹੁੰਦਾ। ਜਦ ਉਹ ਜਿੱਥੋਂ ਮਰਜ਼ੀ ਨਹੀਂ ਪੜ੍ਹਦੇ, ਉਹ ਖੱਬਾ ਪੰਨੇ ਤੋਂ ਹੀ ਪੜ੍ਹਦੇ ਨੇ ਤੇ ਉਹਨੂੰ ਪੰਨਾ ਪਰਤ ਕੇ ਸੱਜੇ ਪਾਸੇ ਦਾ ਆਖਰੀ ਸ਼ਬਦ ਹੀ ਪੜ੍ਹਦੇ ਹਨ। ਕਿਉਂਕਿ ਸਾਡੇ ਕੋਲ ਕੋਈ ਹੋਰ ਵਿਧੀ ਵਿਧਾਨ ਨਾ ਹੋਣ ਕਰਕੇ ਵੀ ਸਵੇਰੇ ਹੋਰ ਜਾਂ ਸ਼ਾਮੀ ਹੋਰ, ਵੈਸੇ ਪਹਿਲਾਂ ਇਹ ਮੰਨਿਆ ਜਾਂਦਾ ਹੈ ਜਾਂ ਜੋ ਮਿਲਦਾ ਹੈ ਪਿਛਲਾ ਇਤਿਹਾਸ, ਉਹਦੇ ਤਾਂ ਹੁਕਮ ਇੱਕੋ ਚੱਲਦਾ ਰਿਹਾ। ਕੁਛ ਸੰਪਰਦਾਵਾਂ ਵੱਲੋਂ ਜ਼ਿਆਦਾ ਜ਼ੋਰ ਪੈਣ ਕਰਕੇ ਵੀ ਸਵੇਰੇ ਹੋਰ ਜਾਂ ਸ਼ਾਮੀ ਹੋਰ ਦੀ ਕੋਈ ਪਰੰਪਰਾ ਜੀ ਇਦਾਂ ਦੀ ਚੱਲੀ ਹੈ। ਪਰ ਇਹਦੇ ਵਰਕੇ ਜੋ ਸਪਸ਼ਟੀਕਰਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੀ ਦੇ ਸਕਦੇ ਹਨ। ਸਾਡੇ ਕੋਲ ਕੋਈ ਅਥਾਰਟੀ ਵੀ ਨਹੀਂ ਹੈ ਵੀ ਅਸੀਂ ਉਹਦੇ ਬਾਰੇ ਕੋਈ ਹੋਰ ਸਪਸ਼ਟੀਕਰਨ ਦੇ ਦਈਏ। ਸਾਡੇ ਕੋਲ ਸਿਰਫ ਇੰਨੀ ਹੈ ਵੀ ਜੋ ਹੁਕਮ ਲਿਆ ਜਾਂਦਾ ਹੈ ਉਹ ਮਰਿਆਦਾ ਮੁਤਾਬਕ ਹੀ ਲਿਆ ਜਾਂਦਾ ਹੈ, ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਵੀਰ ਜੀ ਨੇ ਰਹਿਤ ਮਰਿਆਦਾ ਦੇ ਅਨੁਸਾਰ ਇਸ ਦਾ ਜਿੱਥੇ ਜਵਾਬ ਦਿੱਤਾ ਹੈ, ਉੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਯੂਨੀਫਾਰਮਿਟੀ, ਜਿਵੇਂ ਪਹਿਲਾਂ ਪ੍ਰਸ਼ਾਦ ਵਾਲਾ ਆਇਆ ਸੀ ਸਵਾਲ, ਔਰ ਹੁਣ ਇਹ ਹੁਕਮ ਵਾਲਾ ਸਵਾਲ ਆਇਆ, ਮਤਲਬ ਤੇ ਹੈ ਕਿ ਯੂਨੀਫਾਰਮਿਟੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਯੂਨੀਫਾਰਮਿਟੀ ਹੋਏਗੀ ਤਾਂ ਕੌਮ ਇਕੱਠੀ ਰਹਿ ਸਕਦੀ ਹੈ। ਵੱਖ-ਵੱਖ ਮਰਿਆਦਾ ਜਿਹੜੀਆਂ ਨੇ ਜਾਂ ਵੱਖ-ਵੱਖ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਤਾਂ ਜਿਵੇਂ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇਸ ਲਈ ਹੋਰ ਫਰਦਰ, ਕਿਉਂਕਿ ਰਹਿਤ ਮਰਿਆਦਾ ਅਨੁਸਾਰ ਤੇ ਹੋਰ ਕੋਈ ਡਿਟੇਲ ਨਹੀਂ ਹੈ, ਤੇ ਉਹ SGPC ਤੋਂ ਜਾਂ ਅਕਾਲ ਤਖਤ ਸਾਹਿਬ ਤੋਂ ਪੁੱਛਿਆ ਜਾ ਸਕਦਾ ਹੈ। ਪਰ ਲੋਕੀ ਜੋ ਵਹਿਮ ਪਾਉਂਦੇ ਨੇ, ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਸੀ, ਪਰ ਜੇ ਅਸੀਂ ਬਾਣੀ ਪ੍ਰਤੀ ਕੋਈ ਵਹਿਮ ਜਾਂ ਕੋਈ ਭਰਮ ਪਾਲ ਲਈਏ ਤਾਂ ਇਹ ਸਾਡੀ ਮਾੜੀ ਕਿਸਮਤ ਹੋਏਗੀ। ਮੈਨੂੰ ਯਾਦ ਹੈ ਕਾਫੀ ਸਮਾਂ ਪਹਿਲੇ ਜਲੰਧਰ ਜਦ ਕਲਾਸਾਂ ਲੱਗਦੀਆਂ ਸਨ ਤਾਂ ਇੱਕ ਬੀਬੀ ਨੇ ਸਵਾਲ ਕੀਤਾ, ਉਹ ਕਹਿੰਦੀ ਜੀ ਵੀ ਸਾਨੂੰ ਤੇ ਕਿਸੇ ਨੇ ਦੱਸਿਆ ਵੀ ਸਵੇਰ ਵੇਲੇ ਹੁਕਮਨਾਮਾ ਤੇ ਖੱਬੇ ਪਾਸੇ ਉੱਪਰੋਂ ਲੈਣਾ, ਉਹ ਤੇ ਚਲੋ ਮਰਿਆਦਾ 'ਚ ਲਿਖਿਆ, ਜੇ ਦੁਪਹਿਰੇ ਲੈਣਾ ਹੋਵੇ ਤਾਂ ਸੱਜੇ ਪਾਸੋਂ ਉੱਪਰੋਂ ਲੈਣਾ ਤੇ ਸ਼ਾਮ ਨੂੰ ਸੱਜੇ ਪਾਸੋਂ ਹੇਠੋਂ ਲੈਣਾ। ਤੇ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਵੀ ਇਹੋ ਜਿਹੀ ਕੋਈ ਮਰਿਆਦਾ ਨਹੀਂ ਹੈ, ਪਰ ਇੱਕ ਗੱਲ ਬੜੀ ਹੈ ਕਿ ਕੌਮ ਨੂੰ ਗਲਤ ਸੇਧਾਂ 'ਚ ਪਾਉਣ ਲਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਔਰ ਇਹਦੇ 'ਚ ਕੋਈ ਵਹਿਮ ਭਰਮ ਨਹੀਂ ਹੈ। ਉਸੇ ਬੀਬੀ ਨੇ ਇੱਕ ਹੋਰ ਕਲਾਸ 'ਚ ਮੈਨੂੰ ਸਵਾਲ ਕੀਤਾ ਸੀ, ਅੱਜ ਮੈਨੂੰ ਯਾਦ ਆ ਰਿਹਾ, ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਹ ਕਹਿੰਦੀ ਉੱਥੇ ਚੱਲ ਰਿਹਾ ਸੀ ਕੜਾਹ ਪ੍ਰਸ਼ਾਦ ਬਣਾਉਣ ਦੀ ਵਿਧੀ, ਕਿਉਂਕਿ ਰਹਿਤ ਮਰਿਆਦਾ ਅਸੀਂ ਡਿਸਕਸ ਕਰ ਰਹੇ ਸਾਂ। ਤਾਂ ਪ੍ਰਸ਼ਾਦ ਬਣਾਉਣ ਦੀ ਵਿਧੀ ਜਿਹੜੀ ਹੈ ਉਹ ਬੜੀ ਸਪਸ਼ਟ ਹੈ, ਪਰ ਜਿਹੜੀ ਗੱਲ ਉਹਨਾਂ ਦੱਸੀ ਹੈ ਉਹ ਬੜੀ ਅਜੀਬ ਲੱਗੀ ਹੈ, ਔਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਕਹਿੰਦੇ ਜਿਸ ਵੇਲੇ ਆਪਾਂ ਉਹ ਪੌਣੀ ਜਾਂ ਖੋਂਚੇ ਨਾਲ ਹਿਲਾਉਂਦੇ ਹਾਂ ਤਾਂ ਸੱਜੇ ਪਾਸੋਂ ਖੱਬੇ ਜਾਣਾ ਚਾਹੀਦਾ, ਖੱਬੇ ਪਾਸੋਂ ਸੱਜੇ ਨਾ ਆ ਜਾਏ ਕਿਤੇ। ਮੈਂ ਕਿਹਾ ਵੀ ਇਹ ਤੇ ਕੋਈ ਗੱਲ ਸਮਝ ਨਹੀਂ ਆਈ। ਇਹ ਮੇਰੇ ਨਾਲ ਜਲੰਧਰ ਆਪਣੇ ਸਟੱਡੀ ਸਰਕਲ ਦੀ ਕਲਾਸ ਵਿੱਚ ਬੀਬੀ ਨੇ ਸਵਾਲ ਕੀਤਾ ਸੀ ਵੀ ਨਹੀਂ ਜੀ ਆਪਾਂ ਸੱਜੇ ਤੋਂ ਖੱਬੇ ਪਾਸੇ ਕਰਨਾ ਹੈ। ਮੈਂ ਕਿਹਾ ਵੀ ਇਦਾਂ ਤੇ ਕੋਈ ਗੱਲ ਨਹੀਂ, ਪ੍ਰਸ਼ਾਦ ਕਈ ਵਾਰੀ ਬਣਾਉਣ ਦੀ ਅਸੀਂ ਬਣਾਈ ਦਾ ਤੇ ਇਹ ਤਾਂ ਕਦੀ ਖਿਆਲ ਆਇਆ ਹੀ ਨਹੀਂ, ਕੋਈ ਤੁਸੀਂ ਨਵੀਂ ਗੱਲ ਦੱਸਦੀ ਹੈ। ਉਹ ਕਹਿੰਦੀ ਨਹੀਂ ਇਸ ਤਰ੍ਹਾਂ ਰਿਵਰਸ ਗੇਅਰ ਨਹੀਂ ਲੱਗਣਾ, ਇਦਾਂ ਹੀ ਚੱਲਣਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕੁਝ ਵੀ ਨਹੀਂ, ਇਹ ਕੇਵਲ ਸਾਡੇ ਮਨਾਂ ਵਿੱਚ ਵਹਿਮ ਭਰਮ ਪਾਉਣ ਲਈ ਨੇ, ਇਹਨਾਂ ਤੋਂ ਹਟ ਕੇ ਰਹਿਣਾ ਚਾਹੀਦਾ। ਦੇਖੋ ਬੜੀ ਸਿੱਧੀ ਗੱਲ ਹੈ, ਸਾਡੇ ਕੋਲ ਰਹਿਤ ਮਰਿਆਦਾ, ਜੇ ਗੱਲ ਕੋਈ ਨਹੀਂ ਪਤਾ ਲੱਗਦੀ ਰਹਿਤ ਮਰਿਆਦਾ ਖੋਲ ਕੇ ਦੇਖ ਲਈਏ, ਉਸ ਤੋਂ ਅੱਗੇ ਕੋਈ ਗੱਲ ਨਹੀਂ। ਸੋ ਧੰਨਵਾਦ ਵੀਰ ਹਰਜੀਤ ਸਿੰਘ ਜੀ, ਆਪ ਜੀ ਨੇ ਦੱਸਿਆ ਹੈ। ਤੋ ਸਰ ਟੀਪੀ ਸਿੰਘ ਜੀ ਨੇ ਇੱਕ ਚੈਟ ਵਿੱਚ ਪਾਇਆ ਵੀ ਪਿਛਲੀ ਵਾਰੀ ਜਿਹੜੀ ਭਾਈ ਗੁਰਦਾਸ ਜੀ ਬਾਰੇ ਜਾਣਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਦਿੱਤੀ ਸੀ, ਅੱਜ ਤੇ ਆਵਾਜ਼ ਉਹਨਾਂ ਦੀ ਬਹੁਤ ਵਧੀਆ ਸੀ, ਪਿਛਲੀ ਵਾਰੀ ਕੁਝ ਆਵਾਜ਼ ਕੱਟਦੀ ਸੀ। ਉਹ ਕਹਿੰਦੇ ਵੀ ਉਹਨਾਂ ਨੂੰ ਦੁਬਾਰਾ ਦੱਸੋ, ਤੇ ਮੇਰੀ ਬੇਨਤੀ ਹੈ ਪ੍ਰਿੰਸੀਪਲ ਸਾਹਿਬ ਨੂੰ ਵੀ ਉਹ ਜਿਹੜੀ ਭਾਈ ਗੁਰਦਾਸ ਜੀ ਬਾਰੇ ਜਾਣਕਾਰੀ ਜੇ ਉਹ ਗਰੁੱਪ ਵਿੱਚ ਪਾ ਸਕਣ ਤਾਂ ਜ਼ਿਆਦਾ ਵਧੀਆ। ਧੰਨਵਾਦ ਜੀ। ਤੋ ਆਓ ਸਾਧ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸਾਂ ਕਿ ਆਪਾਂ ਵਹਿਮਾਂ ਭਰਮਾਂ ਵੱਲ ਨਾ ਚੱਲੀਏ ਤੇ ਅਸੀਂ ਆਪਣੀ ਗੁਰਬਾਣੀ ਔਰ ਗੁਰ ਇਤਿਹਾਸ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰੀਏ। ਇਹੀ ਇੱਕ ਉਪਰਾਲਾ ਹੈ ਜਿਹੜਾ ਆਪਾਂ ਰੋਜ਼ ਇਕੱਠੇ ਹੁੰਦੇ ਹਾਂ ਕਿ ਗੁਰਮਤਿ ਬਾਰੇ ਸਾਨੂੰ ਸਹੀ ਜਾਣਕਾਰੀ ਮਿਲ ਸਕੇ। ਤੋ ਅਗਲਾ ਜਿਹੜਾ ਸਵਾਲ ਹੈ ਉਹ ਇਤਿਹਾਸ ਨਾਲ ਸੰਬੰਧਿਤ ਸਵਾਲ ਹੈ ਜੀ, ਪੰਜ ਤਖਤ ਸਾਹਿਬਾਨ ਦੀ ਰਚਨਾ ਕਦੋਂ ਕਦੋਂ ਹੋਈ? ਤੋ ਇਹਦੇ ਬਾਰੇ ਮੈਂ ਬੇਨਤੀ ਕਰਾਂਗਾ, ਕਿਉਂਕਿ ਹੁਣ ਸਮਾਂ ਦੌੜੀ ਜਾ ਰਿਹਾ ਤੇ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਸਾਡੇ ਕੋਲ 8 ਮਿੰਟ ਦਾ ਸਮਾਂ ਬਾਕੀ ਰਹਿ ਗਿਆ, ਤੇ ਪੌਣੇ 8 ਮਿੰਟ ਲਾ ਕੇ ਉਹ ਕਿਰਪਾ ਕਰਕੇ ਦੱਸਣ ਕਿ ਪੰਜ ਤਖਤ ਸਾਹਿਬਾਨ ਦੀ ਰਚਨਾ ਕਦੋਂ ਕਦੋਂ ਹੋਈ। ਵੀਰ ਮਨਮੋਹਨ ਸਿੰਘ ਜੀ। ਹਾਂਜੀ ਮਨਮੋਹਨ ਸਿੰਘ ਜੀ, ਅਨਮਿਊਟ ਕਰਕੇ ਆ ਜਾਓ ਸਾਹਮਣੇ। चले तो नहीं गए? जे चले गए ने तो मेरे को उन्होंने रिकॉर्डिंग है, मैं वो शुरू कर सकता। मनमोहन सिंह जी हैं, MP सिंह जी जरा देख लो मनमोहन सिंह जी है कि नहीं?
ਵੀਰ ਜੀ ਰਿਕਾਰਡਿੰਗ ਚਲਾ ਲਓ, ਨੈਟਵਰਕ ਪ੍ਰੋਬਲਮ ਹੈਗੀ, ਰਿਕਾਰਡਿੰਗ ਚਲਾ ਲਓ ਵੀਰ ਜੀ, ਰਿਕਾਰਡਿੰਗ ਚਲਾ ਲਓ। ਨਹੀਂ ਫਿਰ ਤੁਸੀਂ ਆ ਜਾਓ, ਮੈਂ ਤੇ ਕਿਹਾ ਤੁਸੀਂ ਆ ਨਹੀਂ ਸੀ ਉਹ ਸਕਦੇ। ਕਹਿ ਰਹੇ ਨੇ ਮੇਰੀ ਨੈਟਵਰਕ ਦੀ ਪ੍ਰੋਬਲਮ ਚੱਲ ਰਹੀ ਹੈ, ਤੁਸੀਂ ਰਿਕਾਰਡਿੰਗ ਹੀ ਚਲਾ ਦਿਓ। ਚਲੋ ਮੈਂ ਰਿਕਾਰਡਿੰਗ ਚਲਾ ਰਿਹਾ ਸਾਧ ਸੰਗਤ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀਓ, ਸਤਸੰਗੀ ਜਨ ਜੋ ਕਲਾਸ ਦੀ ਹਾਜ਼ਰੀ ਭਰ ਰਹੇ ਹੋ, ਜੋ ਜਦੋਂ ਥੋੜਾ ਨੇੜੇ ਪੰਚਮ ਰੱਖੋ, ਆਵਾਜ਼ ਘੱਟ ਆ ਰਹੀ ਹੈ। ਪਾਤਸ਼ਾਹ ਜੀ ਨੂੰ ਸਮੇਂ ਦੇ ਜ਼ਾਲਮ ਹਕੂਮਤ ਜਹਾਂਗੀਰ ਬਾਦਸ਼ਾਹ ਦੇ ਹੁਕਮ ਅਨੁਸਾਰ ਅੱਤ ਦੇ ਤਸੀਹੇ ਦੇ ਕੇ ਤੱਤੀ ਤਵੀ ਦੇ ਉੱਤੇ ਬਿਠਾ ਕੇ ਦੇਗਾਂ ਦੇ ਉਬਾਲ ਦੇ ਕੇ ਸ਼ਹੀਦ ਕਰ ਦਿੱਤਾ ਗਿਆ, ਤਾਂ ਗੁਰੂ ਪਾਤਸ਼ਾਹ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ, ਸ਼ਹਾਦਤ ਤੋਂ ਪਹਿਲਾਂ ਗੁਰੂ ਛੇਵੇਂ ਪਾਤਸ਼ਾਹ ਨੂੰ ਜੋ ਬਚਨ ਕੇ ਸਨ ਕਿ ਬੇਟਾ ਬਦੀ ਦੀਆਂ ਤਾਕਤਾਂ ਧਰਮ ਨੂੰ ਨਿਗਲਣ ਦਾ ਯਤਨ ਕਰ ਰਹੀਆਂ ਹਨ, ਅਸੀਂ ਇਹਨਾਂ ਨੂੰ ਸਮਝਾਉਣ ਨੂੰ ਜਾ ਰਹੇ ਹਾਂ। ਜੇ ਤਾਂ ਇਹ ਸਮਝ ਜਾਂਦੇ ਹਨ ਠੀਕ ਹੈ, ਨਹੀਂ ਤਾਂ ਹੋ ਸਕਦਾ ਕੁਰਬਾਨੀ ਕਰਨੀ ਪਵੇ। ਤੇ ਜੇ ਕਦੇ ਅਸੀਂ ਸ਼ਹੀਦ ਹੋ ਗਏ, ਕੁਰਬਾਨੀ ਕਰ ਲਈ, ਤਾਂ ਉਸ ਤੋਂ ਬਾਅਦ ਇਸ ਜ਼ਾਲਮ ਰਾਜ ਨੂੰ ਮੈਦਾਨੇ ਜੰਗ ਦੇ ਅੰਦਰ ਵੰਗਾਰਨਾ ਹੈ। ਇਹਨਾਂ ਦੇ ਸਾਹਮਣੇ ਚੁੱਪ ਕਰਕੇ ਰਹਿਣਾ ਬਿਲਕੁਲ ਇਸ ਤਰ੍ਹਾਂ ਸਾਬਤ ਹੋਵੇਗਾ ਜਿਵੇਂ ਕਿ ਕਿਸੇ ਜੰਗਲੀ ਜਾਨਵਰ ਦੇ ਸਾਹਮਣੇ ਨਿਹੱਥਾ ਕੋਈ ਮਨੁੱਖ ਆਪ ਖੜਾ ਹੋ ਜਾਵੇ। ਇਹ ਸਾਰਾਂਸ਼ ਸੀ ਸਤਿਗੁਰਾਂ ਦੇ ਜੋ ਆਖਰੀ ਉਪਦੇਸ਼ ਸਨ, ਗੁਰੂ ਛੇਵੇਂ ਪਾਤਸ਼ਾਹ ਨੂੰ ਜੋ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਜੋ ਤੋਂ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਤਲੀ ਕਲੀ ਮੇਰੀ ਆਓ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਅਤੇ ਗੁਰਪੰਚਮ ਗੁਰਦੇਵ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਪਾਤਸ਼ਾਹ ਨੇ ਜੋ ਸੀ ਉਹ ਹੁਕਮਨਾਮੇ ਲਾਗੂ ਕਰ ਦਿੱਤੇ ਕਿ ਅੱਜ ਤੋਂ ਬਾਅਦ ਸਾਡੀ ਜੋ ਭੇਟਾ ਹੈ, ਵਧੀਆ ਜਵਾਨੀ, ਵਧੀਆ ਘੋੜੇ, ਵਧੀਆ ਸ਼ਸਤਰ ਹੋਣਗੇ। ਤੇ ਫਿਰ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਜੋ ਸਾਨੂੰ ਪਹਿਨ ਲਈਆਂ, ਸਮੇਂ ਦੀ ਜ਼ਾਲਮ ਹਕੂਮਤ ਨੂੰ ਵੰਗਾਰਨਾ ਸ਼ੁਰੂ ਕੀਤਾ। ਤੇ ਫਿਰ ਦਿੱਲੀ ਤਖਤ ਦੇ ਮੁਕਾਬਲੇ ਦੇ ਉੱਤੇ ਸੱਚਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਜੋ ਸੀ ਕੀਤੀ, ਜੋ ਜੁਗੋ ਜੁਗ ਅਟਲ ਸਤਿਗੁਰੂ ਪਾਤਸ਼ਾਹ ਨੇ ਤਖਤ ਬਣਾਇਆ, ਜਿਹਦਾ ਕੇਵਲ ਤੇ ਕੇਵਲ ਇੱਕ ਜੋ ਸਿਧਾਂਤ, ਸਪਸ਼ਟ ਸਿਧਾਂਤ ਸੀ ਕਿ ਸਮੇਂ ਦੇ ਜ਼ਾਲਮ ਤਖਤ ਨੂੰ ਸਦੀਵੀ ਤੌਰ ਦੇ ਉੱਤੇ ਤਖਤ ਜੋ ਹੈ ਵੰਗਾਰਦਾ ਰਹੇਗਾ। ਬਿਲਕੁਲ ਦਰਬਾਰ ਸਾਹਿਬ ਜੀ ਦੇ ਸਾਹਮਣੇ ਇਸ ਤਖਤ ਦੀ ਉਸਾਰੀ ਕੀਤੀ ਗਈ ਅਤੇ ਇਹਦਾ ਮੂੰਹ ਦਿੱਲੀ ਵੱਲ ਰੱਖਿਆ ਗਿਆ। ਇਹਦਾ ਜੋ ਥੜਾ ਸੀ ਉਹ ਲਗਭਗ 3 ਮੀਟਰ ਉੱਚਾ ਸੀ, ਜਿਹੜਾ ਦਿੱਲੀ ਤਖਤ ਦੇ ਨਾਲ ਉੱਚਾ ਸੀ। ਇੱਕ ਸਿਧਾਂਤ ਸੀ ਕਿ ਸਿੱਖ ਜੋ ਹੈ ਕਿਸੇ ਦੀ ਵੀ ਗੁਲਾਮੀ ਨੂੰ ਜੋ ਹੈ ਉਹ ਪ੍ਰਵਾਨ ਨਹੀਂ ਕਰਦਾ, ਅਤੇ ਉਸ ਵੇਲੇ ਥੜੇ ਦੇ ਉੱਤੇ ਬੈਠਣਾ, ਘੋੜਿਆਂ ਦੀ ਸਵਾਰੀ ਕਰਨੀ, ਸ਼ਿਕਾਰ ਕਰਨੇ, ਸ਼ਸਤਰ ਰੱਖਣੇ ਕੇਵਲ ਤੇ ਕੇਵਲ ਮੁਗਲ ਜੋ ਹਾਕਮ ਸਨ ਜਾਂ ਉਹਨਾਂ ਦੇ ਨਵਾਬਾਂ ਨੂੰ ਇਜਾਜ਼ਤ ਸੀ। ਦਿੱਲੀ ਤਖਤ ਤੋਂ ਉੱਚਾ ਕੋਈ ਬਹਿ ਨਹੀਂ ਸੀ ਸਕਦਾ, ਪਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਵੰਗਾਰ ਪਾਈ। ਇਸ ਤਖਤ ਦੀ ਰਚਨਾ ਕਦੋਂ ਹੋਈ, ਇਹਦੇ ਬਾਰੇ ਵਿੱਚ ਵੱਖ-ਵੱਖ ਸਾਡੇ ਕੋਲ ਇਤਿਹਾਸਕ ਹਵਾਲੇ ਹਨ, ਜਿਹਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ, ਪ੍ਰੋਫੈਸਰ ਕਰਤਾਰ ਸਿੰਘ, ਸਰਦਾਰ ਕਪੂਰ ਸਿੰਘ, ਡਾਕਟਰ ਤਰਲੋਚਨ ਸਿੰਘ, ਡਾਕਟਰ ਗੰਡਾ ਸਿੰਘ ਜੀ ਮੁਤਾਬਕ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਜੋ ਸੀ ਉਹ ਸੰਨ 1609 ਦੇ ਵਿੱਚ ਹੋਈ ਹੈ। ਭਾਈ ਕਾਨ ਸਿੰਘ ਜੀ ਨਾਭਾ, ਸਰਦਾਰ ਸ਼ਮਸ਼ੇਰ ਸਿੰਘ ਜੀ ਅਸ਼ੋਕ, ਸਰਦਾਰ ਸੰਗਤ ਸਿੰਘ ਜੀ ਸਨ ਜੋ ਹੈ ਉਹ 1608 ਨੂੰ ਸਹੀ ਮੰਨਦੇ ਹਨ। ਡਾਕਟਰ ਹਰਜਿੰਦਰ ਸਿੰਘ ਤਲਗੀਰ ਅਨੁਸਾਰ ਅਕਾਲ ਤਖਤ ਸਾਹਿਬ ਦੀ ਨੀਂਹ ਜੋ ਹੈ 1609 ਵਿੱਚ ਰੱਖੀ ਗਈ। ਪ੍ਰੋਫੈਸਰ ਹਰਬੰਸ ਸਿੰਘ ਤੇ ਡਾਕਟਰ ਸੁਖਦਿਆਲ ਸਿੰਘ ਨੇ ਗੁਰੂ ਬਿਲਾਸ ਪਾਤਸ਼ਾਹ 6ਵੀਂ ਨੂੰ ਆਧਾਰ ਬਣਾ ਕੇ 15 ਜੂਨ 1606 ਲਿਖਿਆ, ਜਿਹੜਾ ਕਿ ਸੱਚ ਸਾਬਤ ਨਹੀਂ ਹੁੰਦਾ। ਉਹਦਾ ਕਾਰਨ ਇਹ ਹੈ ਕਿ ਕੇਵਲ 15 ਦਿਨਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ 15 ਦਿਨਾਂ ਦੇ ਅੰਦਰ ਇੰਨਾ ਵੱਡਾ ਕਾਰਜ ਨਹੀਂ ਸੀ ਬਣ ਸਕਦਾ। ਤੇ ਪਟਵਈਆਂ ਅਨੁਸਾਰ ਉਸ ਵੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਜੋ ਸਨ ਦਰੋਲੀ ਦੇ ਇਲਾਕੇ ਦੇ ਅੰਦਰ ਸਨ। ਸਰਦਾਰ ਸੋਹਣ ਸਿੰਘ ਜੀ ਸੀਤਲ ਸੰਨ 1606 ਦੇ ਵਿੱਚ ਆਰੰਭ ਹੋ ਕੇ 1608 ਦੇ ਵਿੱਚ ਸੰਪੂਰਨਾ ਹੋਣ ਦੀ ਗੱਲ ਜੋ ਹੈ ਦੱਸਦੇ ਹਨ, ਪਰ ਜੋ ਸਹੀ ਤਰੀਕ ਜਿਹੜੀ ਹੈ ਉਹਦੇ ਵਿੱਚ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜੋ ਇਹ ਤਖਤ ਰਚਨਾ ਹੈ ਇਹ 1608 ਹੀ ਸਹੀ ਜੋ ਹੈ ਜਾਪਦੀ ਹੈ। 1608 ਦੇ ਵਿੱਚ ਇਹਦੀ ਰਚਨਾ ਕੀਤੀ ਗਈ। ਸਤਿਗੁਰੂ ਪਾਤਸ਼ਾਹ ਜੀ ਨੇ ਆਪ ਨੀ ਜੋ ਹੈ ਰੱਖੀ ਹੈ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ ਇਸ ਤਖਤ ਦੀ ਰਚਨਾ ਦੇ ਵਿੱਚ ਆਪਣੀ ਜੋ ਹੈ ਸੇਵਾ ਦਾ ਵੱਡਾ ਜੋ ਹੈ ਯੋਗਦਾਨ ਪਾਇਆ ਹੈ। ਅਕਾਲ ਤਖਤ ਸਾਹਿਬ ਮੂਲ ਰੂਪ ਵਿੱਚ ਲਗਭਗ 3 ਮੀਟਰ ਉੱਚਾ ਥੜਾ ਸੀ। ਬਾਅਦ ਵਿੱਚ ਇਸ ਦੇ ਵਿੱਚ ਜਿਹੜੀ ਹੈ ਇਮਾਰਤ ਜਿਹੜੀ ਹੈ ਉਹ ਖੜੀ ਕੀਤੀ ਗਈ। ਸੋ ਇਹਦਾ ਜੋ ਇਤਿਹਾਸਕ ਹਵਾਲਾ, ਕਿਉਂਕਿ ਮੈਂ ਇਸ ਕਰਕੇ ਇਤਿਹਾਸਕ ਹਵਾਲੇ ਦੀ ਗੱਲ ਕਰ ਰਿਹਾ ਕਿ ਅੱਜ ਕਈ ਲੋਕੀ ਜੋ ਨੇ ਉਹ ਕਹਿੰਦੇ ਨਹੀਂ ਜੀ ਸਰੋਵਰ ਤੋਂ ਪੁੱਟੀ ਹੋਈ ਮਿੱਟੀ ਦਾ ਢੇਰ ਸੀ, ਉਹ ਢੇਰ ਹੋਇਆ ਕਰਦਾ ਸੀ, ਅਸੀਂ ਇਹਨੂੰ ਅਕਾਲ ਤਖਤ ਬਣਾ ਕੇ ਬਹਿ ਗਏ, ਇਹਨੂੰ ਇਹ ਕਿਹਾ ਜਾਂਦਾ ਸੀ, ਉਹ ਕਿਹਾ ਜਾਂਦਾ ਸੀ। ਪੁਰਾਤਨ ਹਵਾਲਿਆਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਸਮਕਾਲੀ ਜੋ ਢਾਡੀ ਨੇ ਅਬਦੁੱਲਾ ਤੇ ਨਥਮਲ, ਉਹਨਾਂ ਦੇ ਅਨੁਸਾਰ ਸੱਚਾ ਤਖਤ ਸੁਹਾਇਓ ਸਿਰ ਗੁਰ ਪਾਏ ਕੈ ਛਬ ਬਰਨੀ ਨ ਜਾਹੇ ਕਿਉ ਕਿਆ ਗਾਏ ਕੈ ਰਵ ਸਸ ਭੇ ਮਲੀਨ ਸੋ ਦਰਸ ਦਿਖਾਏ ਕੈ
श्री गुरु तख्त बिराजे प्रभु ध्यायक है, मीर अब्दुल नत्था जस कहें बनायक है। सो श्री गुरु पातशाह जी ने श्री अकाल तख्त साहब की सिरजना करके उस तख्त तो जो सी अपने हुक्मनामे लागू करने शुरू किए, जारी करने शुरू किए। सिद्धी वंगार सी समय की जालम हुकूमत नूं कि किसी भी जालम तख्त के हुक्म नूं गुरु का खालसा गुरु का सिख कदी नहीं मनेगा। सो गुरु प्यार वालिओ, ये सी जो श्री अकाल तख्त साहब जी की सिरजना है ਉਹਦਾ इतिहासक पिछोकड़। ਉਸ ਤੋਂ ਬਾਅਦ ਦੂਜਾ ਤਖਤ ਜੋ ਹੈ ਉਹ ਸਾਡੇ ਕੋਲ ਕੇਸਗੜ੍ਹ ਤਖਤ ਸਾਹਿਬ ਦੀ ਗੱਲ ਕਰਦੇ ਹਾਂ, ਜਿਹੜਾ ਕਿ ਆਨੰਦਪੁਰ ਸ਼ਹਿਰ ਦੇ ਵਿੱਚ ਹੈ, ਜਿਸ ਨੂੰ 1665 ਦੇ ਵਿੱਚ ਚੱਕ ਨਾਨਕੀ ਦੇ ਤੌਰ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਗ੍ਹਾ ਜੋ ਹੈ ਮੁੱਲ ਖਰੀਦ ਕੇ ਜੋ ਹੈ ਉਹ ਸ਼ਹਿਰ ਵਸਾਇਆ ਸੀ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਕਰੀਬਨ ਇੱਥੇ 25 ਸਾਲ ਆਪਣੇ ਗੁਜ਼ਾਰੇ ਹਨ ਤੇ ਇਸ ਨੂੰ ਫਿਰ ਸਿਟੀ ਆਫ ਲਿਸਪਾਵ ਆਨੰਦਪੁਰ ਸਾਹਿਬ ਦਾ ਨਾਮ ਦਿੱਤਾ ਹੈ। ਕੇਸਗੜ੍ਹ ਸਾਹਿਬ ਦੀ ਜਿਹੜਾ ਫਾਊਂਡੇਸ਼ਨ ਸਟੋਨ ਹੈ, ਜਿਸ ਨੂੰ ਅਸੀਂ ਨੀਂਹ ਪੱਥਰ ਕਹਿੰਦੇ ਹਾਂ, ਇਹ ਇਤਿਹਾਸਕ ਤੌਰ ਦੇ ਉੱਤੇ 3 ਮਾਰਚ 1699 ਮੰਨੀ ਜਾਂਦੀ ਹੈ, ਜਦੋਂ ਸਤਿਗੁਰੂ ਪਾਤਸ਼ਾਹ ਨੇ ਹੁਕਮਨਾਮੇ ਜੋ ਹਨ ਉਹ ਥਾਂ ਥਾਂ ਦੇ ਉੱਤੇ ਭੇਜੇ ਕਿ ਭਾਈ ਤੁਸੀਂ ਅਨੰਦਪੁਰ ਸਾਹਿਬ ਗੁਰੂ ਕੇ ਸਿੱਖਾਂ ਨੂੰ ਬੁਲਾਇਆ ਗਿਆ ਤਾਂ ਕਿ ਉੱਥੇ ਜੋ ਹੈ ਖਾਲਸਾ ਪੰਥ ਦੀ ਜੋ ਹੈ ਸਿਰਜਣਾ ਕੀਤੀ ਗਈ, ਖੰਡੇ ਦੀ ਪੌਲ ਦਿੱਤੀ ਗਈ ਵਿਸਾਖੀ ਵਾਲੇ ਦਿਨ। ਉਹਦੇ ਵਾਸਤੇ ਇਤਿਹਾਸਕ ਹਵਾਲਾ ਵੀ ਮਿਲਦਾ ਹੈ ਕਿ ਭਾਈ ਦੇਸੀ ਦੇਸੀ ਲਿਖ ਮੇਵੜੇ ਪਠਾਏ, ਮਸੰਦ ਮਸੰਦੀਆਂ ਨੂੰ ਨਹੀਂ ਮੰਨਣਾ ਗੁਰੂ ਕਾ ਸਿੱਖ, ਗੁਰੂ ਕੀ ਰਹਿਤ ਕਮਾਏ। ਇਸ ਤਰੀਕੇ ਦੇ ਹੁਕਮਨਾਮੇ ਜੋ ਸਨ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਕੇਸਗੜ੍ਹ ਸਾਹਿਬ ਤੋਂ ਜਾਰੀ ਕਰਿਆ ਕਰਦੇ ਸਨ। ਤੇ ਜਿੱਥੋਂ ਵੀ ਬੈਠ ਕੇ ਸਤਿਗੁਰੂ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ, ਗੁਰੂ ਪੰਥ ਜਿੱਥੇ ਗੁਰੂ ਪਾਤਸ਼ਾਹ ਬੈਠਿਆ ਕਰਦੇ ਸਨ ਉਸ ਨੂੰ ਗੁਰੂ ਕਾ ਤਖਤ ਕਿਹਾ ਕਰਦੇ ਸਨ। ਗੁਰੂ ਪਾਤਸ਼ਾਹ ਤਖਤ ਦੇ ਉੱਤੇ ਵਿਰਾਜਮਾਨ ਹਨ। ਇਸ ਕਰਕੇ ਇਸ ਇਤਿਹਾਸਕ ਥਾਂ ਨੂੰ ਵੀ ਜੋ ਹੈ ਖਾਲਸੇ ਨੇ ਆਪਣੇ ਤਖਤ ਦੇ ਰੂਪ ਵਿੱਚ ਮੰਨਿਆ ਸ਼ੁਰੂ ਤੋਂ ਹੀ, ਕਿਉਂਕਿ ਸਤਿਗੁਰੂ ਪਾਤਸ਼ਾਹ ਦੀਵਾਨ ਲਾਇਆ ਕਰਦੇ ਸਨ ਤੇ ਜਿੱਥੇ ਸਤਿਗੁਰੂ ਪਾਤਸ਼ਾਹ ਦੀਵਾਨ ਦੇ ਵਿੱਚ ਉੱਚੀ ਥਾਂ ਦੇ ਉੱਤੇ ਬੈਠਦੇ ਸਨ ਉਸ ਨੂੰ ਸਤਿਗੁਰੂ ਪਾਤਸ਼ਾਹ ਦਾ ਤਖਤ ਮੰਨਿਆ ਜਾਂਦਾ ਸੀ। ਉਸ ਤੋਂ ਬਾਅਦ ਦਮਦਮਾ ਸਾਹਿਬ ਹੈ, ਗੁਰੂ ਪਾਤਸ਼ਾਹ 1705 ਦੇ ਵਿੱਚ ਇੱਥੇ ਆਏ ਨੇ ਤੇ 1706 ਤੱਕ ਇੱਥੇ ਰੁਕੇ ਨੇ। ਤੇ ਜੋ ਇਹ ਦਮਦਮਾ ਸਾਹਿਬ ਹੈ, ਇਹ ਗੁਰੂ ਜੀ ਇੱਥੋਂ ਵੀ ਹੁਕਮਨਾਮੇ ਜੋ ਹੈ ਗੁਰੂ ਕੇ ਸਿੱਖਾਂ ਦੇ ਵਾਸਤੇ ਜੋ ਚਲਾਉਂਦੇ ਰਹੇ। ਡਾਕਟਰ ਟਰੰਪ ਅਨੁਸਾਰ 1706 ਵਿੱਚ ਗੁਰੂ ਪਾਤਸ਼ਾਹ ਨੇ ਇੱਥੇ ਤਕਰੀਬਨ 1,20,000 ਜੋ ਸੰਗਤ ਸੀ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਤੇ ਇਹ 5ਵੇਂ ਤਖਤ ਦੇ ਉੱਤੇ ਇਸ ਨੂੰ ਰਿਕਗਨਾਈਜੇਸ਼ਨ ਜੋ ਹੈ ਲੱਭੀ ਹੈ 18 ਨਵੰਬਰ 1966 ਨੂੰ ਸਬ ਕਮੇਟੀ ਜੋ ਸੀ ਉਹ SGPC ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਗਤਾਂ ਦੀ ਮੰਗ ਦੇ ਉੱਤੇ ਉਹਨਾਂ ਨੇ ਜਨਰਲ ਮੀਟਿੰਗ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ, ਜਿਹੜਾ ਮਤਾ ਨੰਬਰ 799 ਸੀ। 3 ਜੁਲਾਈ 1960 ਨੂੰ ਇਹ ਮਤਾ ਪਾਸ ਹੋਇਆ। 183 ਪੇਜ ਦੀ ਪੰਨਿਆਂ ਦੀ ਇੱਕ ਰਿਪੋਰਟ ਜੋ ਸੀ ਉਹ ਫਿਰ ਮੁੜ ਕੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪੇਸ਼ ਕੀਤੀ ਗਈ, ਜਿਸ ਦੇ ਆਧਾਰ ਦੇ ਉੱਤੇ ਮਤਾ ਨੰਬਰ 32 ਨਵੰਬਰ 18 ਨਵੰਬਰ 1966 ਨੂੰ ਇਹ ਜੋ ਤਖਤ ਸੀ ਇਹ 5ਵੇਂ ਤਖਤ ਦੇ ਰੂਪ ਦੇ ਵਿੱਚ ਇਸ ਨੂੰ ਪ੍ਰਵਾਨਗੀ ਜੋ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਰਵਉੱਚ ਧਾਰਮਿਕ ਜਮਾਇਤ ਹੈ, ਨੁਮਾਇੰਦਗੀ ਜਮਾਤ ਹੈ, ਉਸ ਨੇ ਦਿੱਤੀ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਸਾਡੇ ਕੋਲ ਹਜ਼ੂਰ ਸਾਹਿਬ ਦੀ। ਹਜ਼ੂਰ ਸਾਹਿਬ ਦੇ ਵਿੱਚ ਕਿਉਂਕਿ ਗੁਰੂ ਪਾਤਸ਼ਾਹ ਦਾ ਆਖਰੀ ਜੋ ਦਸਮ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਖਰੀ ਜੋ ਸਮਾਂ ਹੈ ਉਹ ਹਜ਼ੂਰ ਸਾਹਿਬ ਦੇ ਅੰਦਰ ਬਿਤਾਇਆ ਹੈ। ਇੱਥੇ ਵੀ ਸਤਿਗੁਰੂ ਪਾਤਸ਼ਾਹ ਜਿੱਥੇ ਥੜੇ ਦੇ ਉੱਤੇ ਬੈਠਦੇ ਸਨ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ, ਉੱਥੋਂ ਵੀ ਸਤਿਗੁਰੂ ਪਾਤਸ਼ਾਹ ਹੁਕਮਨਾਮੇ ਲਾਗੂ ਕਰਦੇ ਸਨ। ਇੱਥੋਂ ਹੀ ਉਹਨਾਂ ਨੇ ਹੁਕਮਨਾਮਾ ਜੋ ਸੀ ਪੰਜਾਬ ਦੀ ਸੰਗਤ ਅਤੇ ਗੁਰੂ ਬਾਬਾ ਬੰਦਾ ਸਿੰਘ ਜੀ ਨੂੰ ਤੋਰਨ ਵੇਲੇ ਜਦੋਂ ਉਹਨਾਂ ਨੂੰ ਥਾਪੜਾ ਦੇ ਕੇ ਭੇਜਿਆ ਤੇ ਹੁਕਮਨਾਮੇ ਲਿਖ ਕੇ ਹੁਕਮਨਾਮਾ ਜੋ ਸੀ ਉਹ ਲਿਖ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਤਾ ਤੇ ਹੋਰ ਜੋ ਹੁਕਮਨਾਮੇ ਇੱਥੋਂ ਲਾਗੂ ਕੀਤੇ। ਗੁਰੂ ਪਾਤਸ਼ਾਹ ਇੱਥੇ ਹੀ ਜੋ ਨੇ ਜੋਤੀ ਜੋਤ ਸਮਾਏ ਹਨ। ਸੋ ਉਹ ਥੜਾ ਜਿਸ ਥੜੇ ਦੇ ਉੱਤੇ ਸਤਿਗੁਰੂ ਪਾਤਸ਼ਾਹ ਬੈਠਿਆ ਕਰਦੇ ਸਨ ਉੱਥੇ ਬਾਅਦ ਦੇ ਵਿੱਚ ਇੱਕ ਕਮਰਾ ਬਣਾ ਲਿਆ ਗਿਆ ਤੇ ਉਸ ਥੜੇ ਨੂੰ ਹੀ ਜੋ ਸੀ ਤਖਤ ਦੇ ਰੂਪ ਦੇ ਵਿੱਚ ਸ਼ੁਰੂ ਤੋਂ ਹੀ ਗੁਰੂ ਖਾਲਸਾ ਜੋ ਮੰਨਦਾ ਰਿਹਾ ਕਿ ਇਹ ਗੁਰੂ ਪਾਤਸ਼ਾਹ ਦਾ ਤਖਤ ਹੈ। ਸੋ ਉਹਦੇ ਉੱਤੇ ਇੱਕ ਪਹਿਲਾਂ ਕਮਰਾ ਬਣਾ ਲਿਆ ਗਿਆ ਤੇ 1832 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜੋ ਸੀ ਤਿਆਰ ਕੀਤੀ, ਜਿੱਥੇ ਗੁਰੂ ਪਾਤਸ਼ਾਹ ਬੈਠਿਆ ਕਰਦੇ ਸਨ, ਜਿੱਥੇ ਕੋਟ ਲਗਾਇਆ ਕਰਦੇ ਸਨ ਤੇ ਉਸ ਨੂੰ ਜੋ ਹੈ ਤਖਤ ਦੇ ਰੂਪ ਦੇ ਵਿੱਚ ਪੰਥ ਨੇ ਜੋ ਸੀ ਮਾਨਤਾ ਦੇ ਦਿੱਤੀ। ਤੇ ਇਸ ਕਰਕੇ ਇਹ ਉਹ ਹਰ ਥਾਂ ਜਿਸ ਥਾਂ ਦੇ ਉੱਤੇ ਵੀ ਗੁਰੂ ਪਾਤਸ਼ਾਹ ਬੈਠ ਕੇ ਹੁਕਮਨਾਮਾ ਜਾਰੀ ਕੀਤਾ, ਸੰਗਤ ਲਗਾਈ, ਉਸ ਨੂੰ ਤਖਤ ਦਾ ਰੂਪ ਦਿੱਤਾ ਗਿਆ। ਤੇ 1956 ਦੇ ਵਿੱਚ ਹੈਦਰਾਬਾਦ ਦੀ ਲੈਜਿਸਲੇਸ਼ਨ ਨੇ ਇੱਕ ਐਕਟ ਪਾਸ ਕਰਕੇ ਲੀਗਲੀ ਤੌਰ ਦੇ ਉੱਤੇ 17 ਮੈਂਬਰਾਂ ਦੀ ਉੱਥੇ ਇੱਕ ਬੋਰਡ ਬਣਾਇਆ, ਜਿਹਦੇ ਵਿੱਚ 5 ਜੋ ਸਨ ਮੈਨੇਜਮੈਂਟ ਕਮੇਟੀ ਦੇ ਮੈਂਬਰ ਰੱਖੇ ਗਏ ਅਤੇ ਇਹ ਜੋ ਹੈ ਗੁਰੂ ਪੰਥ ਨੇ ਇਸ ਥਾਂ ਨੂੰ ਸ਼ੁਰੂ ਤੋਂ ਹੀ ਤਖਤ ਦੇ ਰੂਪ ਵਿੱਚ ਮੰਨਿਆ ਹੈ। ਪਟਨਾ ਸਾਹਿਬ ਜਿੱਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਪਨ ਗੁਜ਼ਰਿਆ, ਇੱਥੋਂ ਗੁਰੂ ਨੌਵੇਂ ਪਾਤਸ਼ਾਹ ਨੇ ਉੱਥੇ ਦੀ ਸੰਗਤ ਦੇ ਵਾਸਤੇ ਹੁਕਮਨਾਮਾ ਲਾਗੂ ਕੀਤਾ ਸੀ ਜਦੋਂ ਸਤਿਗੁਰੂ ਪਾਤਸ਼ਾਹ ਪਰਿਵਾਰ ਨੂੰ ਉੱਥੇ ਛੱਡ ਕੇ ਆਏ ਸਨ ਤੇ ਪਰਿਵਾਰ ਦੇ ਦੇਖ ਰੇਖ ਦੇ ਵਾਸਤੇ ਅਤੇ ਹੋਰ ਜੋ ਸੰਗਤ ਦੇ ਵਾਸਤੇ ਉਪਦੇਸ਼ ਸਨ ਇੱਥੋਂ ਲਾਗੂ ਹੁੰਦੇ ਸਨ। ਇਸ ਕਰਕੇ ਤਖਤ ਪਟਨਾ ਸਾਹਿਬ ਜੀ ਨੂੰ ਵੀ ਤਖਤ ਦੇ ਰੂਪ ਹੀ ਮੰਨਿਆ ਗਿਆ। ਕਦੋਂ ਤੋਂ ਲਾਗੂ ਕੀਤਾ ਗਿਆ ਇਹਦੇ ਬਾਰੇ
ਵਿੱਚ ਕੋਈ ਤਾਰੀਖ ਜਾਂ ਹਵਾਲਾ ਨਹੀਂ ਲੱਭਦਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦੀ ਉਸ ਥਾਂ ਦੀ ਜਿੱਥੇ ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ ਯੋਗ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚੋਂ ਬਿਲਡਿੰਗ ਬਣਵਾਈ ਸੀ ਤੇ ਹੁਣ ਇਸ ਵੇਲੇ ਦੀ ਜਿਹੜੀ ਬਿਲਡਿੰਗ ਹੈ ਇਹ 1954 ਦੇ ਵਿੱਚ ਲਗਭਗ ਜੋ ਹੈ ਬਣਾਈ ਗਈ ਹੈ, ਕਿਉਂਕਿ ਇੱਕ ਵਾਰ ਦੱਸਿਆ ਜਾਂਦਾ ਭੂਕੰਪ ਤੋਂ ਬਾਅਦ ਪੁਰਾਣੀ ਜੋ ਬਿਲਡਿੰਗ ਸੀ ਉਹਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਸੀ। ਸੋ ਇਹ 5 ਤਖਤਾਂ ਦਾ ਜੋ ਇਤਿਹਾਸ ਸਾਡੇ ਸਾਹਮਣੇ ਹੈ, ਜੋ ਗੁਰੂ ਪੰਥ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ, ਇੰਨੀ ਕੁ ਸਾਡੇ ਕੋਲ ਜੋ ਵਿਚਾਰਧਾਰਾ ਜੋ ਸਾਡੇ ਨੂੰ ਇਤਿਹਾਸਕ ਪੱਖ ਤੋਂ ਲੱਭਾ ਹੈ ਮੈਂ ਆਪ ਜੀ ਦੇ ਕੋਲ ਰੱਖ ਸਕਿਆ। ਅਗਰ ਕਿਸੇ ਦੇ ਕੋਲ ਹੋਰ ਕੋਈ ਜਾਣਕਾਰੀ ਹੋਵੇਗੀ ਤਾਂ ਸਾਡੇ ਵੱਡੇ ਭਾਗ ਹੋਣਗੇ, ਸਾਡੀ ਵੀ ਜਾਣਕਾਰੀ 'ਚ ਵਾਧਾ ਹੋਵੇਗਾ, ਜ਼ਰੂਰ ਲਿਖ ਕੇ ਭੇਜਣ ਦਾ ਯਤਨ ਕਰਨ। ਹੋਈ ਬਾਤ ਕਰਕੇ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਇਤਿਹਾਸਕ ਸਰੋਤ ਲੱਭਣੇ ਇਹ ਬੜੀ ਮਿਹਨਤ ਦਾ ਵਿਸ਼ਾ ਹੈ ਜਿਹੜਾ ਸਾਹਿਬ ਮਨਮੋਹਨ ਸਿੰਘ ਜੀ ਬਾਖੂਬੀ ਨਿਭਾਉਂਦੇ ਨੇ। ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੋ ਸਮਾਂ ਥੋੜਾ 3 ਮਿੰਟ ਉੱਪਰ ਹੋ ਗਿਆ, ਉਹਦੀ ਮੈਂ ਖਿਮਾ ਮੰਗਦਾ। ਤੋ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਇਹ ਚਲਾਉਂਦਿਆਂ ਹੋ ਗਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਵੀ ਪਾਸੋਂ ਖਿਮਾ। ਔਰ 2 ਸਵਾਲ ਜਿਹੜੇ ਨੇ ਉਹ ਆਪਾਂ ਨਹੀਂ ਲੈ ਸਕੇ, ਸਮਾਂ ਓਵਰ ਹੋ ਗਿਆ, ਉਹਨਾਂ ਪਾਸੋਂ ਵੀ ਆਪਾਂ ਖਿਮਾ ਮੰਗਦੇ ਹਾਂ। ਇੱਕ ਸਵਾਲ ਜਿਹੜਾ ਹੈ ਉਹ ਸਾਹਿਬ ਪ੍ਰੇਮ ਸਿੰਘ ਜੀ ਵੱਲੋਂ ਆਇਆ ਸੀਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1274 ਤੇ ਹੈ। ਉਹਦੀ ਉਹਨਾਂ ਨੇ ਵਿਆਖਿਆ ਪੁੱਛੀ ਹੈ, ਜਿਵੇਂ ਭਗਤ ਜੈਦੇਵ ਜੀ ਦੇ ਸ਼ਬਦ ਦੀ ਵਿਆਖਿਆ ਵੀਰ MP ਸਿੰਘ ਜੀ ਨੇ ਕੀਤੀ ਸੀ, ਇਸੇ ਤਰ੍ਹਾਂ ਉਹਨਾਂ ਨੂੰ ਅਸੀਂ ਬੇਨਤੀ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਵਿੱਚ ਉਸ ਸ਼ਬਦ ਦੀ ਜਿਹੜੀ ਹੈ ਪੂਰਾ ਇੱਕ ਪੀਰੀਅਡ ਜਿਹੜਾ ਉਹ ਉਸ ਸ਼ਬਦ ਦੀ ਵਿਆਖਿਆ ਜਿਹੜੀ ਉਹ ਕੀਤੀ ਜਾਏਗੀ। ਤੋ ਇੱਕ ਬਾਕੀ ਜਿਹੜੇ 2 ਸਵਾਲ ਰਹਿ ਗਏ ਨੇ ਮੈਂ ਉਹਨਾਂ ਪਾਸੋਂ ਖਿਮਾ ਮੰਗਦਾ ਔਰ ਆਪ ਸਭ ਨੂੰ ਬੇਨਤੀ ਕਰਦਾ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਜਿਤਨੇ ਵੀ ਸਵਾਲ ਆਉਣ ਉਹ ਵੈਲਕਮ ਨੇ ਔਰ ਕੋਸ਼ਿਸ਼ ਕੀਤਾ ਜਾਏ ਕਿ ਸਾਨੂੰ ਜਲਦੀ ਤੋਂ ਜਲਦੀ ਸਵਾਲ ਭੇਜੋ ਤਾਂ ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੇ ਉਹਦੀ ਤਿਆਰੀ ਕਰ ਲਿਆ ਕਰੀਏ। ਤੋ ਕਈ ਵਾਰੀ ਸਵਾਲ ਬਿਲਕੁਲ 11th ਆਵਰ ਤੇ ਆਉਂਦਾ ਤੇ ਉਹ ਫਿਰ ਸਾਨੂੰ ਕਈ ਵਾਰੀ ਅੱਗੇ ਪਾਉਣਾ ਪੈ ਜਾਂਦਾ। ਤੋ ਇਸ ਲਈ ਬੇਨਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੇ ਸਵਾਲ ਜਿਉਂ ਹੀ ਜਿਹੜੇ ਨੇ, ਕਿਉਂਕਿ ਇਹ ਤਾਂ ਆਨਗੋਇੰਗ ਪ੍ਰੋਸੈਸ ਹੈ, ਚੱਲਦਾ ਹੀ ਰਹਿਣਾ, ਜਦ ਵੀ ਤੁਹਾਡੇ ਮਨ 'ਚ ਸਵਾਲ ਆਉਂਦਾ ਹੈ ਉਹ ਪਾ ਦਿਓ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪੈਨਲ ਮੈਂਬਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਪੂਰੀ ਮਿਹਨਤ ਕਰਕੇ ਤਨਦੇਹੀ ਨਾਲ ਇਸ ਸੇਵਾ ਨੂੰ ਨਿਭਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।